ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾ। ਹਰ ਕਾਟੀ ਕੁਟਲਤਾ ਕੁਠਾਰ, ਭ੍ਰਮ ਬੰਧਨ ਪਹਿ ਖਿਨ ਭੀਤਰ, RAM ਨਾਮ ਪਰਹਾਰ। ਹਰ ਕਾਟੀ ਕੁਟਲਤਾ ਕੁਠਾਰ, ਭ੍ਰਮ ਬੰਧਨ ਪਹਿ ਖਿਨ ਭੀਤਰ, RAM ਨਾਮ ਪਰਹਾਰ। ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ, ਕਾਢੇ ਸਾਧੂ ਕੈ ਸੰਗ ਮਾਰ। ਜਨਮ ਪਦਾਰਥ ਗੁਰਮੁਖ ਜੀਤਿਆ, ਬਹੁਰ ਨ ਜੂਵੈ ਹਾਰ। ਆਠ ਪਹਿਰ ਪ੍ਰਭ ਕੇ ਗੁਣ ਗਾਵਹਿ, ਪੂਰਨ ਸ਼ਬਦ ਵਿਚਾਰ। ਨਾਨਕ ਦਾਸਨ ਦਾਸ ਜਨ ਤੇਰਾ, ਪੁਨః ਪੁਨః ਨਮਸਕਾਰ। ਆਠ ਪਹਿਰ ਪ੍ਰਭ ਕੇ ਗੁਣ ਗਾਵਹਿ, ਪੂਰਨ ਸ਼ਬਦ ਵਿਚਾਰ। ਨਾਨਕ ਦਾਸਨ ਦਾਸ ਜਨ ਤੇਰਾ, ਪੁਨః ਪੁਨః ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ, ਸਰਬ ਕਲਾ ਸਮਰੱਥ, ਬਾਣੀ ਦੇ ਬੋਹਿਥ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੇ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਬੜੇ ਪਿਆਰ ਨਾਲ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਮੁੱਖ ਵਾਕ ਜੋ ਗੁਰੂ ਅਰਜਨ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ, ਇਸ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਜੀਵਾਂ ਨੂੰ ਇੱਕ ਗੱਲ ਦੀ ਪ੍ਰੇਰਣਾ ਕਰਦੇ ਹਨ ਕਿ ਆਓ ਆਪਾਂ ਮਿਲ ਕੇ ਸਤ ਸੰਗਤ ਰਾਹੀਂ ਗੁਰੂ ਕੇ ਸ਼ਬਦ ਦੀ ਵਿਚਾਰ ਕਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ। ਗੁਰਬਾਣੀ ਵਿੱਚ ਵਾਰ-ਵਾਰ ਸਤਿਗੁਰੂ ਜੀ ਨੇ ਸਾਨੂੰ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦੀ ਪ੍ਰੇਰਣਾ ਕੀਤੀ ਹੈ। ਸਿਫਤ ਸਲਾਹ ਦੀ ਵਡਿਆਈ ਕੀ ਹੈ, ਉਹਦਾ ਲਾਭ ਕੀ ਹੈ, ਇਸ ਦੀ ਚਰਚਾ ਵੀ ਇਸ ਮੁੱਖ ਵਾਕ ਰਾਹੀਂ ਸਤਿਗੁਰੂ ਜੀ ਨੇ ਕੀਤੀ ਹੈ। ਮਨੁੱਖਾ ਜ਼ਿੰਦਗੀ ਬੜੀ ਦੁਰਲੱਭ ਹੈ। ਅੱਜ ਦੇ ਇਸ ਮੁੱਖ ਵਾਕ ਅੰਦਰ ਸਤਿਗੁਰੂ ਜੀ ਨੇ ਜਨਮ ਨੂੰ ਪਦਾਰਥ ਕੇ ਆਪਣੇ ਹਿੰਦੁਸਤਾਨੀ ਲੋਕ ਜਿਹੜੇ ਨੇ ਉਹ ਚਾਰ ਤਰ੍ਹਾਂ ਦੇ ਪਦਾਰਥ ਮੰਨਦੇ ਨੇ, ਧਰਮ, ਅਰਥ, ਕਾਮ, ਮੋਖ। ਔਰ ਇਹਨਾਂ ਪਦਾਰਥਾਂ ਦੀ ਖਾਤਰ ਦੁਨੀਆ ਬੜੀ ਦੌੜ ਭੱਜ ਕਰਦੀ ਹੈ ਕਿ ਸਾਨੂੰ ਚਾਰ ਪਦਾਰਥ ਮਿਲ ਜਾਣ। ਲੇਕਿਨ ਗੁਰੂ ਸਾਹਿਬ ਜੀ ਨੇ ਚਾਰ ਪਦਾਰਥਾਂ ਤੋਂ ਇੱਕ ਵੱਖਰੀ ਗੱਲ ਕੀਤੀ ਕਿ ਜਨਮ ਪਦਾਰਥ ਹੈ, ਕੀਰਤਨ ਪਦਾਰਥ ਹੈ, ਨਾਮ ਪਦਾਰਥ ਹੈ, ਗਿਆਨ ਪਦਾਰਥ ਹੈ, ਸ਼ਬਦ ਪਦਾਰਥ ਹੈ। ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ ਤੁਹਾਨੂੰ ਪੰਜ ਪਦਾਰਥਾਂ ਦਾ ਜ਼ਿਕਰ ਮਿਲੇਗਾ। ਪਦਾਰਥ ਦਾ ਅਰਥ ਹੁੰਦਾ ਹੈ ਅਮੋਲ ਵਸਤੂ, ਕੀਮਤੀ ਵਸਤੂ। ਪਦਾਰਥ ਇੱਥੇ ਮਟੀਰੀਅਲ ਤੋਂ ਅਰਥ ਨਹੀਂ ਹੈ, ਉਹ ਵਸਤੂ ਜਿਹੜੀ ਦੁਰਲੱਭ ਹੋਏ, ਜਿਹੜੀ ਕਿਸੇ ਕੀਮਤ ਤੇ ਮਿਲ ਨਾ ਸਕੇ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜਨਮ ਨੂੰ ਵਾਰ-ਵਾਰ ਪਦਾਰਥ ਕਿਹਾ। ਇੱਥੇ ਵੀ ਜ਼ਿਕਰ ਕਰ ਰਹੇ ਨੇ ਕਿ ਜਨਮ ਇੱਕ ਪਦਾਰਥ ਹੈ ਤੇ ਇਹਨੂੰ ਆਪਾਂ ਜਿੱਤ ਕੇ ਜਾਣਾ ਹੈ, ਇਹਨੂੰ ਹਾਰ ਕੇ ਨਹੀਂ ਜਾਣਾ, ਪਾਵੇ ਦਾ ਲਾਹਾ ਲੈ ਕੇ ਜਾਣਾ ਹੈ।
ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ 'ਚ ਇੱਕ ਥਾਂ ਤੇ ਸਾਨੂੰ ਪ੍ਰੇਰਣਾ ਕੀਤੀ ਕਿ ਬੰਦਿਆ, ਜਿਸ ਪਰਮਾਤਮਾ ਦੀ ਸੇਵਾ ਕੀਤਿਆਂ ਸੁੱਖ ਮਿਲਦਾ ਉਹਨੂੰ ਤੇ ਸਦਾ ਹੀ ਚੇਤੇ ਰੱਖਣਾ ਚਾਹੀਦਾ ਹੈ। ਜ਼ਿੰਦਗੀ 'ਚ ਸਾਨੂੰ ਕੋਈ ਵੀ ਕੰਮ ਬੜੀ ਦੂਰ ਅੰਦੇਸ਼ੀ ਨਾਲ ਕਰਨਾ ਚਾਹੀਦਾ ਹੈ, ਕਿਤੇ ਕੰਮ ਕਰਨ ਤੋਂ ਬਾਅਦ ਸਾਨੂੰ ਪਛਤਾਉਣਾ ਨਾ ਪਏ। ਜ਼ਿੰਦਗੀ ਸਾਨੂੰ ਆਪਣੀ ਜ਼ਿੰਦਗੀ ਦੀ ਇਹ ਖੇਡ ਜਾਂ ਜ਼ਿੰਦਗੀ ਦਾ ਦਾਅ ਇਸ ਤਰੀਕੇ ਨਾਲ ਖੇਡਣਾ ਚਾਹੀਦਾ ਹੈ, ਵਰਤਣਾ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੀ ਬਾਜੀ ਕਿਤੇ ਹਾਰ ਕੇ ਨਾ ਜਾਈਏ। ਕਿਉਂਕਿ ਮਨੁੱਖ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ, ਹਰ ਗੱਲ ਵਿੱਚ ਉਹ ਬੜੀ ਸਿਆਣਪ ਦੇ ਨਾਲ ਚੱਲਦਾ ਹੈ, ਇਹ ਚੰਗੀ ਗੱਲ ਹੈ। ਪਰ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਵੀ ਇੱਕ ਜੂਏ ਦੀ ਖੇਡ ਵਾਂਗੂ ਹੈ, ਚੌਪੜ ਦੀ ਖੇਡ ਵਾਂਗੂ ਹੈ। ਇਹਦੇ ਇਸ ਤਰੀਕੇ ਨਾਲ ਅਸੀਂ ਦਾਅ ਪਾਈਏ, ਪਾਸਾ ਪਾਈਏ ਕਿ ਆਪਾਂ ਜ਼ਿੰਦਗੀ ਦੀ ਬਾਜੀ ਹਾਰ ਕੇ ਨਾ ਜਾਈਏ, ਕਿਤੇ ਵਾਹਿਗੁਰੂ ਜੀ ਦੇ ਦਰ ਤੇ ਸ਼ਰਮਿੰਦਿਆਂ ਨਾ ਹੋਣਾ ਪਏ। ਸਾਨੂੰ ਜ਼ਿੰਦਗੀ ਦਾ ਲਾਹਾ ਖੱਟ ਕੇ ਜਾਣਾ ਚਾਹੀਦਾ। ਗੁਰੂ ਕੇ ਪਾਵਨ ਬਚਨ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਖਾਲੀਐ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਤ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਕਾਲੀਏ, ਤੇ ਵੇਹਾ ਪਾਸਾ ਢਾਲੀਏ। ਪਾਸਾ ਢਾਲਣ ਦਾ ਅਰਥ ਹੁੰਦਾ ਹੈ ਜਿਵੇਂ ਚੌਪੜ ਖੇਡਣ ਵਾਲੇ ਨਰਦਾਂ ਨਹੀਂ ਸੁੱਟਦੇ, ਪਾਸਾ ਪਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਆਪਾਂ ਇਸ ਤਰੀਕੇ ਨਾਲ ਜ਼ਿੰਦਗੀ ਦਾ ਦਾਅ ਖੇਡੀਏ, ਪਾਸਾ ਖੇਡੀਏ, ਗੇਮ ਖੇਡੀਏ ਕਿ ਅਸੀਂ ਰੱਬ ਦੇ ਦਰ ਤੇ ਕਿਤੇ ਹਾਰ ਕੇ ਨਾ ਜਾਈਏ, ਅਸੀਂ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਈਏ। ਭਾਈ ਗੁਰਦਾਸ ਜੀ ਨੇ ਇਸ ਸੰਸਾਰ ਦੀ ਗੱਲ ਕਰਦੇ ਇੱਕ ਬਚਨ ਕਿ ਇਹ ਜਗ ਚੌਪੜ ਖੇਲ ਹੈ, ਆਵਾ ਗਾਉਣ ਭਵਜਲ ਸੰਸਾਰੇ। ਗੁਰਮੁਖ ਜੋੜਾ ਸਾਧ ਸੰਗ, ਗੁਰ ਪ੍ਰਸਾਦੀ ਪੰਜ ਨਿਵਾਰੇ। ਇਹ ਜਗਤ ਜਿਹੜਾ ਇੱਕ ਚੌਪੜ ਦੀ ਖੇਡ ਵਾਂਗੂ ਹੈ। ਸਾਡੀ ਜ਼ਿੰਦਗੀ ਜਿਹੜੀ ਹੈ ਜਿਵੇਂ ਜੂਵੇ 'ਚ ਨਹੀਂ ਖੇਡਦੇ ਲੋਕ, ਇਵੇਂ ਇਹ ਵੀ ਇੱਕ ਜ਼ਿੰਦਗੀ ਦੀ ਬਾਜੀ ਹੈ। ਭਾਈ ਸਾਹਿਬ ਕਹਿੰਦੇ ਇਹ ਜਗ ਚੌਪੜ ਖੇਲ ਹੈ। ਔਰ ਜਿਵੇਂ ਆਪਾਂ ਕਹਿੰਦੇ 84 ਜੂਨਾਂ ਨੇ, ਚੌਪੜ ਵੀ 84 ਘਰ ਹੁੰਦੇ ਨੇ। ਇਸੇ ਤਰੀਕੇ ਨਾਲ ਜਿੱਥੇ ਦੋ ਨਰਦਾਂ ਇੱਕ ਖਾਨੇ 'ਚ ਇਕੱਠੀਆਂ ਹੋ ਜਾਣ, ਚੌਪੜ ਦਾ ਇੱਕ ਨਿਯਮ ਹੈ, ਉਹ ਨਰਦਾਂ ਫਿਰ ਮਰਦੀਆਂ ਨਹੀਂ ਹੈ। ਕਹਿੰਦੇ ਗੁਰਮੁਖ ਜੋੜਾ ਸਾਧ ਸੰਗ, ਜਿਹੜੇ ਗੁਰੂ ਦੇ ਪਿਆਰੇ ਨੇ ਉਹਨਾਂ ਨੇ ਸਾਧ ਸੰਗਤ ਦੇ ਨਾਲ ਜੋੜੀ ਬਣਾ ਲਈ। ਜਿਵੇਂ ਜੋੜਾ ਨਰਦਾਂ ਜਿਹੜੀਆਂ ਨੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਜਿਨ੍ਹਾਂ ਨੇ ਸਤ ਸੰਗਤ ਰਾਹੀਂ ਪ੍ਰਮਾਤਮਾ ਨਾਲ ਸਾਂਝ ਬਣਾ ਲਈ, ਜੋੜੀ ਬਣਾ ਲਈ, ਉਹ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ। ਉਹਨਾਂ ਨੂੰ ਕੋਈ ਫਿਰ ਮਾਰ ਨਹੀਂ ਸਕਦਾ, ਕੋਈ ਵਿਕਾਰ, ਕੋਈ ਔਗਣ ਉਹਨਾਂ ਤੇ ਭਾਰੂ ਨਹੀਂ ਹੋ ਸਕਦਾ, ਜਿਨ੍ਹਾਂ ਨੇ ਸਤ ਸੰਗਤ ਨਾਲ ਸਾਂਝ ਬਣਾ ਲਈ। ਸਤਿਗੁਰੂ ਜੀ ਅੱਜ ਦੇ ਮੁੱਖ ਵਾਕ ਵਿੱਚ ਵੀ ਜ਼ਿੰਦਗੀ ਨੂੰ ਜੂਏ ਦੀ ਖੇਡ ਦੇ ਨਾਲ ਤੁਲਨਾ ਦਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਆਪਾਂ ਇਹ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨਾਲ ਵਰਤੀਏ ਕਿ ਅਸੀਂ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਈਏ, ਇਸ ਪਦਾਰਥ ਨੂੰ ਜਿੱਤ ਕੇ ਜਾਈਏ। ਤੇ ਉਹ ਜਿੱਤਣ ਦਾ ਤਰੀਕਾ ਕੀ ਹੈ? ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਮਨੁੱਖ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ। ਭਾਗਾਂ ਵਾਲੇ ਨੇ ਜਿਹੜੇ ਜਿੱਤ ਕੇ ਜਾਂਦੇ ਨੇ, ਨਹੀਂ ਤੇ ਜ਼ਿਆਦਾਤਰ ਆਪਾਂ ਦੇਖਦੇ ਹਾਂ ਸਮੁੱਚੇ ਸੰਸਾਰ ਦੇ ਅੰਦਰ ਹਾਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਹੁੰਦੀ ਹੈ। ਉਹ ਹਾਰਨ ਦਾ ਕਾਰਨ ਕੀ ਹੈ? ਜਦੋਂ ਮਨੁੱਖ ਨੂੰ ਖੇਡ ਨਹੀਂ ਖੇਡਣੀ ਆਉਂਦੀ, ਮਨੁੱਖ ਨੂੰ ਜ਼ਿੰਦਗੀ ਦੇ ਦਾਅ ਨਹੀਂ ਆਉਂਦੇ। ਗੁਰਬਾਣੀ ਨੇ ਸਾਨੂੰ ਜ਼ਿੰਦਗੀ ਇਹ ਖੇਡ ਖੇਡਣ ਦੀ ਜੁਗਤ ਦੱਸੀ ਕਿ ਆਪਾਂ ਜਿੱਤਣਾ ਕਿਵੇਂ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ ਕਿ ਜਿਨ੍ਹਾਂ ਨੂੰ ਜੁਗਤ ਮਿਲ ਗਈ ਨਾ ਗੁਰੂ ਪਾਸੋਂ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਖੇਡ ਜ਼ੋਰ ਨਾਲ ਨਹੀਂ ਜਿੱਤੀ ਜਾਂਦੀ, ਹੱਠ ਨਾਲ ਨਹੀਂ ਜਿੱਤੀ ਜਾਂਦੀ, ਰੌਲਾ ਪਾ ਕੇ ਨਹੀਂ ਜਿੱਤੀ ਜਾਂਦੀ। ਖੇਡ ਦੇ ਅੰਦਰ ਦਾਅ ਹੁੰਦੇ ਨੇ। ਕੁਝ ਆਪਾਂ ਦੇਖਦੇ ਹਾਂ ਖਿਡਾਰੀ ਖੇਡਦੇ ਨੇ, ਉਹ ਦਾਅ ਹੁੰਦੇ ਨੇ, ਮੌਕੇ ਸੰਭਾਲਣੇ ਪੈਂਦੇ ਨੇ। ਉਹ ਖਿਡਾਰੀ ਜਿਹੜੇ ਦਾਅ ਲਾ ਜਾਂਦੇ ਨੇ, ਜਿਨ੍ਹਾਂ ਨੂੰ ਉਹ ਦਾਅ ਪੇਚ ਆਉਂਦੇ ਨੇ, ਉਹ ਖੇਡ ਜਿੱਤ ਜਾਂਦੇ ਨੇ। ਜ਼ਿੰਦਗੀ ਵੀ ਜਿਹੜੀ ਹੈ ਇਹ ਕੋਈ ਭੁਖੇਰਿਆਂ ਨਹੀਂ ਜਿੱਤੀ ਜਾਣੀ ਕਿ ਮੈਂ ਭੁੱਖਾ ਬੈਠਾ ਰਵਾਂਗਾ, ਜ਼ਿੰਦਗੀ ਦੀ ਬਾਜੀ ਜਿੱਤ ਜਾਵਾਂਗਾ। ਜ਼ਿੰਦਗੀ ਐਵੇਂ ਵੀ ਨਹੀਂ ਜਿੱਤੀ ਜਾਣੀ ਕਿ ਮੈਂ ਜੰਗਲਾਂ 'ਚ ਹੀ ਬੈਠਾ ਰਵਾਂਗਾ, ਬਾਜੀ ਜਿੱਤ ਜਾਵਾਂਗਾ, ਜਾਂ ਮੈਂ ਤੀਰਥਾਂ ਤੇ ਫਿਰਦਾ ਰਵਾਂਗਾ, ਨੰਗੇ ਪੈਰੀ ਫਿਰਦਾ ਰਵਾਂਗਾ। ਬਹੁਤ ਕੁਝ ਦੁਨੀਆ ਕਰਦੀ ਹੈ ਧਰਮ ਦੇ ਨਾਂ ਤੇ ਕਿ ਸ਼ਾਇਦ ਆਪਾਂ ਇੱਦਾਂ ਹੀ ਜ਼ਿੰਦਗੀ ਦੀ ਬਾਜੀ ਜਿੱਤ ਜਾਵਾਂਗੇ। ਸਤਿਗੁਰੂ ਜੀ ਕਹਿੰਦੇ ਨਹੀਂ, ਇਹਦੀ ਇੱਕ ਜੁਗਤ ਹੈ। ਉਹ ਜੁਗਤ ਸਾਨੂੰ ਗੁਰੂ ਨੇ ਦੱਸਣੀ ਹੈ। ਜਿਨ੍ਹਾਂ ਨੇ ਗੁਰੂ ਪਾਸੋਂ ਉਹ ਜੁਗਤ ਪ੍ਰਾਪਤ ਕਰ ਲਈ, ਉਹ ਜ਼ਿੰਦਗੀ ਦੀ ਬਾਜੀ ਜਿੱਤ ਗਏ। ਸਤਿਗੁਰੂ ਜੀ ਨੇ ਗੁਰਬਾਣੀ 'ਚ ਥਾਂ ਥਾਂ ਤੇ ਜ਼ਿਕਰ ਕੀਤਾ ਹੈ, ਗੁਰਮੁਖ ਜਿੱਤਾ ਮਨਮੁਖ ਹਾਰਿਆ। ਗੁਰਮੁਖ ਜ਼ਿੰਦਗੀ ਦੀ ਬਾਜੀ ਜਿੱਤ ਜਾਂਦੇ ਨੇ।
ਗੁਰਮੁਖ ਕਿਵੇਂ ਜਿੱਤਦੇ ਨੇ, ਸਤਿਗੁਰੂ ਜੀ ਨੇ ਉਹਦਾ ਜ਼ਿਕਰ ਕੀਤਾ ਹੈ। ਸਾਨੂੰ ਇੱਕ ਪ੍ਰੇਰਣਾ ਕੀਤੀ ਕਿ ਆਓ ਆਪਾਂ ਮਿਲ ਕੇ ਸਾਰੇ ਹੀ ਪਰਮਾਤਮਾ ਦੀ ਸਿਫਤ ਸਲਾਹ ਜੁੜੀਏ, ਵਾਹਿਗੁਰੂ ਜੀ ਦੇ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ ਜੁੜੀਏ, ਤਾਂ ਕਿ ਗੁਰੂ ਕੇ ਸ਼ਬਦ ਦੇ ਰਾਹੀਂ ਅਸੀਂ ਜੀਵਨ ਜਾ ਸਿੱਖ ਸਕੀਏ, ਜ਼ਿੰਦਗੀ ਦੀ ਬਾਜੀ ਜਿੱਤ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਤ ਸੰਗਤ ਨਾਲ ਜੁੜ ਕੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੀ ਪ੍ਰੇਰਣਾ ਕਰਦੇ ਹਨ। ਜਿਵੇਂ ਇਹ ਜ਼ਿੰਦਗੀ ਦੀ ਬਾਜੀ ਜਿੱਤੀ ਜਾ ਸਕਦੀ ਹੈ, ਜਾਂ ਜਿਹੜੇ ਲੋਕ ਜਿਵੇਂ ਜ਼ਿੰਦਗੀ ਦੀ ਬਾਜੀ ਹਾਰਦੇ ਨੇ ਉਹਦੀ ਚਰਚਾ ਕਰਕੇ ਜੋ ਉਪਦੇਸ਼ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੇ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਹਰ ਕਾਟੀ ਕੁਟਲਤਾ ਕੁਠਾਰ, ਭ੍ਰਮ ਬੰਧਨ ਭੈ ਖਿਨ ਭੀਤਰ, ਰਾਮ ਨਾਮ ਪ੍ਰਹਾਰ। ਗੁਰੂ ਸਾਹਿਬ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 1225 ਤੇ ਅੰਕਿਤ ਹਨ। ਸਤਿਗੁਰੂ ਜੀ ਕਹਿੰਦੇ ਹਰ ਕਾਟੀ ਕੁਟਲਤਾ ਕੁਠਾਰ। ਕੁਟਲਤਾ, ਕੁਟਲ ਮਤ ਜਿਹਨੂੰ ਆਪਾਂ ਕਹਿੰਦੇ, ਕੁਟਲ ਦਾ ਅਰਥ ਹੁੰਦਾ ਕਿ ਬੜੀਆਂ ਚਾਲਾਂ ਚੱਲਣੀਆਂ, ਬੜੇ ਵਿੰਗੇ ਟੇਢੇ ਜੇ ਚੱਲਣਾ, ਚਲਾਕੀਆਂ ਜੀਆਂ ਵਰਤਣੀਆਂ। ਇੱਕ ਹੁੰਦੀ ਹੈ ਰਾਜਨੀਤੀ ਤੇ ਇੱਕ ਹੁੰਦੀ ਹੈ ਕੁਟਲ ਨੀਤੀ। ਰਾਜਨੀਤੀ ਤੇ ਹੁੰਦੀ ਹੈ ਰਾਜ ਨੂੰ ਚਲਾਉਣ ਦੇ ਲਈ, ਉਹ ਤੇ ਜ਼ਰੂਰੀ ਹੈ, ਹਰ ਬੰਦੇ ਨੂੰ ਆਉਣੀ ਚਾਹੀਦੀ ਕਿ ਰਾਜ ਨੂੰ ਕਿਵੇਂ ਚਲਾਉਣਾ ਹੈ। ਪਰ ਅੱਜ ਰਾਜਨੀਤੀ ਨਹੀਂ, ਅੱਜ ਕੱਲ੍ਹ ਕੁਟਲ ਨੀਤੀ ਚੱਲਦੀ ਹੈ। ਚਾਲਾਂ ਚੱਲਣੀਆਂ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ। ਦੁਨੀਆ ਡੁੱਬਦੀ ਹੈ, ਡੁੱਬੀ ਜਾਏ, ਕੋਈ ਗੱਲ ਨਹੀਂ। ਦੁਨੀਆ ਮਰਦੀ, ਮੁਲਕ ਮਰਦਾ, ਮਰੀ ਜਾਏ। ਇਹਨੂੰ ਕੁਟਲ ਨੀਤੀ ਕਹਿੰਦੇ ਨੇ। ਵਿੰਗੀਆਂ ਟੇਢੀਆਂ ਜੀਆਂ ਚਾਲਾਂ ਚੱਲਣੀਆਂ। ਮਨੁੱਖ ਦਾ ਜ਼ਿੰਦਗੀ ਦੀ ਬਾਜੀ ਹਾਰਨ ਦਾ ਕਾਰਨ ਇਹ ਹੈ ਕਿ ਮਨੁੱਖ ਜ਼ਿੰਦਗੀ 'ਚ ਕੁਟਲਤਾ ਵਰਤਦਾ ਹੈ। ਜ਼ਿੰਦਗੀ 'ਚ ਮਨੁੱਖ ਬੜੀਆਂ ਸਿਆਣਪਾਂ ਵਰਤ ਕੇ, ਚਲਾਕੀਆਂ ਵਰਤ ਕੇ ਆਪਾਂ ਦੇਖਦੇ ਹਾਂ ਨਾ, ਅੰਦਰੋਂ ਮਨੁੱਖ ਕੁਝ ਹੋਰ ਹੁੰਦਾ ਹੈ। ਬਾਹਰੋਂ ਚਿੱਟੇ ਕੱਪੜੇ ਪਾ ਕੇ ਮੇਰੇ ਵਾਂਗੂ ਦਰਸਾਉਂਦਾ ਕਿ ਮੈਂ ਤੇ ਬੜਾ ਵੱਡਾ ਸੰਤ ਹਾਂ, ਮੈਂ ਤੇ ਬੜਾ ਵੱਡਾ ਭਗਤ ਹਾਂ, ਗਿਆਨਵਾਨ ਹਾਂ। ਅੰਦਰੋਂ ਕੁਝ ਹੋਰ ਹੁੰਦਾ ਹੈ ਤੇ ਬਾਹਰੋਂ ਧਾਰਮਿਕ ਸਥਾਨਾਂ ਤੇ ਬੈਠ ਜਾਂਦਾ ਹੈ। ਗੁਰਬਾਣੀ ਇਹ ਗੱਲ ਕਹਿੰਦੀ ਕਿ ਅੰਦਰੋਂ ਕੁਝ ਹੋਰ ਹੁੰਦਾ ਹੈ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਵੇ ਹਾਰਿਆ। ਜਿਹੜੇ ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। ਅੰਦਰੋਂ ਜਿਹੜੇ ਕੁਟਲ ਨੀਤੀ ਵਰਤਦੇ ਨੇ, ਚਲਾਕੀਆਂ ਵਰਤਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਤੇ ਜ਼ਿੰਦਗੀ ਆਪਣੀ ਹਾਰ ਦਿੱਤੀ। ਜ਼ਿੰਦਗੀ ਹਾਰਨ ਦਾ ਕਾਰਨ ਕੀ ਹੈ ਕਿ ਅਸੀਂ ਅੰਦਰੋਂ ਬਾਹਰੋਂ ਇੱਕ ਨਹੀਂ ਹਾਂ, ਬਾਹਰੋਂ ਕੁਝ ਹੋਰ ਹਾਂ, ਅੰਦਰੋਂ ਕੁਝ ਹੋਰ ਹਾਂ। ਇਸ ਕਰਕੇ ਇਹ ਜਿਹੜੀ ਕੁਟਲਤਾ ਹੈ, ਜਿਹਨੂੰ ਆਪਾਂ ਕਹਿੰਦੇ ਵਿੰਗੇ ਟੇਢੇ ਜੇ ਚੱਲਣਾ, ਬਾਹਰੋਂ ਕੁਝ ਹੋਰ ਹੋਣਾ, ਅੰਦਰੋਂ ਕੁਝ ਹੋਰ ਹੋਣਾ, ਚਲਾਕੀਆਂ ਵਰਤਣੀਆਂ। ਗੁਰੂ ਸਾਹਿਬ ਜੀ ਨੇ ਕਿਹਾ ਸੀ, ਉਹ ਮਨਾ ਤੂੰ ਬੜਾ ਚੰਚਲ ਹੈ, ਤੂੰ ਬੜੀਆਂ ਚਲਾਕੀਆਂ ਵਰਤਦਾ। ਇਹ ਗੱਲ ਚੇਤ ਰੱਖੀ, ਚਲਾਕੀਆਂ ਚਤਰਾਈਆਂ ਨਾਲ ਅੱਜ ਤੱਕ ਕਿਸੇ ਨੂੰ ਪਰਮਾਤਮਾ ਨਹੀਂ ਮਿਲਿਆ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰੇ ਆ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜੋ ਮਾਰਗ ਗੁਰਮਤਿ ਨੇ ਦਿੱਤਾ ਹੈ, ਉਹ ਹੈ ਭੋਲੇ ਭਾਏ ਮਿਲੇ ਰਘੁਰਾਇਆ। ਉਹ ਹੈ ਬਾਲ ਸੁਭਾਅ, ਬੱਚਿਆਂ ਵਰਗਾ ਸੁਭਾਅ। ਬੱਚੇ ਮੂਰਖ ਨਹੀਂ ਹੁੰਦੇ, ਬੱਚੇ ਮੂਰਖ ਨਹੀਂ ਹੁੰਦੇ, ਲੇਕਿਨ ਬੱਚੇ ਭੋਲੇ ਹੁੰਦੇ ਨੇ। ਭੋਲੇ ਦਾ ਅਰਥ ਕਿ ਉਹ ਚਾਲਾਂ ਨਹੀਂ ਚੱਲਦੇ, ਉਹ ਅੰਦਰੋਂ ਬੜੇ ਨਿਰਵੈਰ ਹੁੰਦੇ ਨੇ, ਉਹ ਅੰਦਰੋਂ ਬੜੇ ਨਿਸ਼ਕਪਟ ਹੁੰਦੇ ਨੇ। ਅੰਦਰੋਂ ਉਹਨਾਂ ਦੇ ਕੋਈ ਲੋਭ ਨਹੀਂ ਹੁੰਦਾ, ਅੰਦਰ ਕੋਈ ਚਲਾਕੀ ਨਹੀਂ ਹੁੰਦੀ। ਜੇ ਉਹਨਾਂ ਦੇ ਚਿਹਰੇ ਤੇ ਸਮਾਈਲ ਹੈ ਨਾ, ਤੇ ਉਹ ਇਸ ਕਰਕੇ ਕਿ ਅੰਦਰੋਂ ਉਹ ਪਵਿੱਤਰ ਨੇ। ਮਨੁੱਖ ਦੇ ਚਿਹਰੇ ਤੇ ਉਹ ਮੁਸਕਰਾਹਟ ਕਿਉਂ ਨਹੀਂ ਰਹਿੰਦੀ? ਮਨੁੱਖ ਐਵੇਂ ਬਣਾਉਟੀ ਜੀ ਮੁਸਕਰਾਹਟ ਦਿੰਦਾ, ਜੇ ਕਿਤੇ ਦੇਵੇ ਵੀ, ਕੋਈ ਕਿਤੇ ਹੈ ਕਿਤੇ ਉਹਦੀ ਕੁਦਰਤੀ ਕਿਸੇ ਨੂੰ ਸਮਾਈਲ ਮਿਲੇ। ਨਹੀਂ ਤੇ ਜ਼ਿਆਦਾਤਰ ਮਨੁੱਖ ਦੇ ਮੱਥੇ ਤੇ ਤਿਉੜੀਆਂ ਹੁੰਦੀਆਂ ਨੇ, ਮੁੱਖ ਤੋਂ ਮੁਸਕਰਾਉਂਦਾ ਹੁੰਦਾ। ਉਹਦਾ ਕਾਰਨ ਕਿ ਅੰਦਰੋਂ ਉਹ ਕੁਟਲ ਹੈ ਨਾ। ਬਾਹਰੋਂ ਸਿਰਫ ਕੁਝ ਸਮੇਂ ਲਈ ਉਹ ਲੋਕਾਂ 'ਚ ਆਪਣੇ ਆਪ ਨੂੰ ਚੰਗਿਆਂ ਦਰਸਾਉਣ ਲਈ ਹੋ ਸਕਦਾ ਮੁਸਕਰਾ ਦੇਵੇ। ਕੋਈ ਭਾਗਾਂ ਵਾਲਾ ਚਿਹਰਾ ਹੋਏਗਾ ਜਿਹੜਾ ਤੁਹਾਨੂੰ ਮੁਸਕਰਾਉਂਦਾ ਹੀ ਮਿਲੇਗਾ। ਨਹੀਂ ਤੇ ਚਿੰਤਾ, ਫਿਕਰ, ਉਦਾਸੀ, ਹੋਰ ਕਈ ਤਰ੍ਹਾਂ ਦੇ ਗਮ ਸਾਨੂੰ ਘੇਰੀ ਫਿਰਦੇ ਨੇ। ਉਹਦਾ ਕਾਰਨ ਕਿ ਅੰਦਰ ਅਸੀਂ ਕੁਝ ਹੋਰ ਹਾਂ। ਬੱਚਾ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਅੰਦਰੋਂ ਨਿਰਵੈਰ ਹੁੰਦਾ ਹੈ, ਅੰਦਰੋਂ ਦੇ ਕਿਸੇ ਤਰ੍ਹਾਂ ਦਾ ਕੋਈ ਕਪਟ ਨਹੀਂ ਹੁੰਦਾ, ਕਿਸ ਤਰ੍ਹਾਂ ਦੀ ਕੋਈ ਚਲਾਕੀ ਨਹੀਂ ਹੁੰਦੀ। ਸਾਡੇ ਕੋਲ ਉਹ ਮੁਸਕਰਾਹਟ ਇਸ ਕਰਕੇ ਨਹੀਂ ਹੈਗੀ ਕਿਉਂਕਿ ਅਸੀਂ ਅੰਦਰੋਂ ਅਜੇ ਉਹ ਨਹੀਂ ਬਣੇ ਜੋ ਬਾਹਰੋਂ ਆ। ਸਤਿਗੁਰੂ ਜੀ ਕਹਿੰਦੇ ਇਹ ਮਨ ਚੰਚਲਾ
चितराई किने ना पाया। वो चितराइयां चलाकियां दे राही अज तक कदी किसी ने परमात्मा नूं प्राप्त नहीं किया। देखो बंदा तो रब नाल भी चितराइयां करदा है, रब दे कोल आके बड़ा भोला जिहा बन जाता है, थोड़ा जिहा बाहर जाता है, वो फिर वो दुनियावी सुभाव का जिहड़ा है ना वो जागृत हो जाता है। वो चलाकियां चितराइयां कई वारी ते मनुख गुरु की हजूरी च भी चलाकियां करी चली जाता है, इत्थे भी वो मन ते गुरु का प्रभाव कोई नहीं पैंदा। सतगुरु जी कहते ना चलाकियां चितराइयां दे राही अज तक कदी किसी ने परमात्मा नूं प्राप्त नहीं किया। ये मन चंचला चितराई किने ना पाया, चितराई ना पाया किने तू सुन मन मेरे आ। सतगुरु जी कहते मना ध्यान नाल सुन लिया, चितराइयां नहीं गल नहीं बननी। एक थां ते होर बचन है कि चितराई ना चतुर्भुज पाई है, चितराइयां दे राही उस परमात्मा नूं नहीं किसी ने प्राप्त किया अज तक। गुरु बाबा जी कहते हर काटी कुटलता कुठार, भी वो जिहड़ी कुटलता है ना साडे अंदर वो किवें कट्टी जानी है। वो चलाकियां चितराइयां और इन्हां चलाकियां करके साडे अंदर कई तरह के औगण बैठे हुए हैं, कई तरह के विकार बैठे हुए हैं। बाबा कबीर साहब जी ने अपनी पवित्र बाणी च एक थां ते बचन के है, क्यों लीजे गढ़ बंका पाई, दोवर कोट अर तेवर खाई, पांच पचीस मोह मद मत्सर आडी परवन माया, जन गरीब को जोर ना पहुंचे कहाँ करूं रगराया। परमात्मा मैं विचारा करा कि इत्थे ते मेरा कोई जोर नहीं चलता। ये जिहड़ा किले दी न्याई है मन नूं जितना, मन नूं कुड़लता वल्लों हटाउणा, चलाकियां वल्लों हटाउणा इवें है जिवें कोई किले दे अंदर राजा नहीं आकी होके बैठा होए ते उहनूं जितना बड़ा औखा है। काम क्रोध हंकार तृष्णा अनेक तरह के औगण जिथे अपना डेरा जमाई बैठे ने। बाबा कबीर साहब जी ने सारिਆਂ ਦਾ जिक्र किया है। क्रोध प्रधान महा बड़ दुंदर तै मन मवासी राजा, इत्थे ते क्रोध प्रधान बनिया बैठा है, इत्थे ते अनेक तरह दी चलाकियां बैठियां ने। इनू जितना बहुत औखा है, इनू जितन की फिर जुग दर्शाई बाबा कबीर साहब जी ने। कहने के प्रेम पलीता सुरत हवाई, गोला ज्ञान चढ़ाया, ब्रह्म अगन सहजे प्रजाली, तब एक है चोट सजाया, सत संतोग ले लरने लागा, तोरे दोय दरवाजा, साध संगत आर गुर की कृपा ते पकड़ियो गढ़ को राजा, भगवत भीर सख्त सिमरन की कटी काल फै फासी, दास कबीर चढ़ियो घर ऊपर राज लियो अविनाशी। जे अविनाशी सुख मनने वो सुख जो कदी खत्म न होए। ये चलाकियां दे राही जो कुछ असीं प्राप्त करते हैं तो हुण है नाल ही चिंता आ जाती, किसी को पता ही ना लग जाए, किते ये चलिया ना जाए। अविनाशी सुख दा अर्थ के सदा कायम रहने वाला, जिन्हों आपां आनंद कहने, जिहड़ा कदी खत्म ना होवे, सदा चाओ बनिया रहे। वो किवें मिले? उहदे लई कहंदे प्रेम पलीता सुरत हवाई। सब तो पहला हिरदे च प्यार पैदा होया, सुरत नूं गुरु के शब्द राहीं उच्चियां चुकिया, गोला ज्ञान चढ़ाया, गुरु के ज्ञान दे राही फिर एक गोला मारिया, ब्रह्म अगन सहजे प्रजाली, तब एक सोड़ सिजाया। हिरदे विच गुरु के शब्द रही जदों ब्रह्म ज्ञान पैदा होया, ब्रह्म अगन पैदा हुई, ये जिहड़ा मन जितया नहीं सा ना जांदा, एक चोट नाल ही खत्म हो गया, एक चोट नाल इहनूं जित लिया। सत संतोख ले लरने लागा, तोरे दोए दरवाजा, ये जिहड़े अगे दरवाजे बड़े करड़े जड़े होए सन पाप पुन दे, सत ते संतोख नूं लैके फिर इन्हां नूं तोड़ दिता। साध संगत गुर की कृपा ते पकड़ियो गढ़ को राजा, सत संगत ते गुरु की कृपा सरका। जिंदगी चो कुटलता तो मुक्त होना है, अंदर प्यार पैदा करना है, अंदर भोलापन पैदा करना है, अंदर वाहिगुरु जी की मिलन का चाह पैदा करना है, सत संतोख पैदा करना है। तो उहदे लई सब तो वड्डा आसरा है सत संगत अते गुरु की कृपा। सानू सतगुरु जी ने कहा सी कि गुरबाणी ते संगत तो बिना साडा होर कोई आसरा नहीं है। जदों सिद्धां ने पुछया तुहाडे कोल की करामात है, सतगुरु जी कहंदे साडे कोल नाम दी करामात है। कहंदे किवें मिलदी है? सतगुरु जी ने जिथे बचन कहे जदों सिद्ध कहंदे सिद्ध पुछण सुण नानका तो जग नूं करामात दिखाई, कुछ दिखाया सानू, कोई सानू भी दिखा। ते सतगुरु जी कहणगे बाबा आखे नाह जी असां ते वेखण जोगी वस्त न काई, बाजों सच्चे नाम दे करामात असां थे नाही। कोई करामात नहीं नाम तो बिना, साडे कोल नाम ही है। कहंदे नाम मिलदा किवें? ते सतगुरु जी ने कहा सी गुरबाणी संगत बिना दूजी ओट नहीं है राई। बाणी तो बिना ते संगत तो बिना होर कोई ओट आसरा नहीं है।
ਜ਼ਿੰਦਗੀ 'ਚ ਉੱਚੇ ਉੱਠਣ ਦੇ ਲਈ, ਸੁਰਤ ਨੂੰ ਪ੍ਰਮਾਤਮਾ ਵਾਲੇ ਬੰਨੇ ਲਗਾਉਣ ਦੇ ਲਈ ਜਾਂ ਔਗਣਾਂ ਤੋਂ, ਵਿਕਾਰਾਂ ਤੋਂ ਮੁਕਤ ਹੋਣ ਦੇ ਲਈ ਸਭ ਤੋਂ ਜੋ ਵਧੀਆ ਵੱਡਾ ਸਾਧਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ ਹੈ, ਉਹ ਹੈ ਸਤ ਸੰਗਤ ਅਤੇ ਗੁਰੂ ਕੀ ਬਾਣੀ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ, ਭਗਵਤ ਭੀਰ ਸ਼ਗਤ ਸਿਮਰਨ ਕੀ। ਭਗਤ ਭੀਰ ਦਾ ਅਰਥ, ਭਗਵਤ ਦਾ ਅਰਥ ਪਰਮਾਤਮਾ, ਭੀਰ ਮੈਣਾ ਜਿੱਥੇ ਪਰਮਾਤਮਾ ਦੇ ਪਿਆਰਿਆਂ ਦਾ ਇਕੱਠ ਹੋਏ, ਸਤ ਸੰਗਤ ਕਹਿ ਲਓ। ਭਗਵਤ ਭੀਰ ਸਗਤ ਸਿਮਰਨ ਕੀ, ਕਟੀ ਕਾਲ ਭੈ ਫਾਸੀ। ਆ ਜਿਹੜੀ ਕਾਲ ਦੀ ਫਾਹੀ ਮੇਰੇ ਗਲ ਪਈ ਸੀ ਨਾ, ਫਾਂਸੀ ਜਿਹਦਾ ਡਰ ਸੀ ਹਰ ਵੇਲੇ, ਉਹ ਸਤ ਸੰਗਤ ਤੇ ਵਾਹਿਗੁਰੂ ਜੀ ਦੇ ਸਿਮਰਨ ਸਦਕਾ ਮੈਂ ਕੱਟ ਦਿੱਤੀ। ਹੁਣ ਤੇ ਅਵਿਨਾਸੀ ਸੁੱਖ ਮਿਲ ਗਿਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਵੀ ਕਹਿੰਦੇ ਕਿ ਜਿਹੜੀ ਅੰਦਰ ਦੀ ਕੁਟਲਤਾ ਹੈ ਨਾ, ਉਹ ਕੱਪੜੇ ਪਾਇਆ ਨਹੀਂ ਮਿਟਣੀ। ਕੱਪੜੇ ਪਾਇਆ ਤੇ ਬੰਦਾ ਸਗੋਂ ਹੋਰ ਮੀਸਣਾ ਹੋ ਜਾਂਦਾ, ਜ਼ਿਆਦਾ ਚਲਾਕ ਬਣ ਜਾਂਦਾ। ਬਾਹਰੋਂ ਚਿੱਟੇ ਕੱਪੜੇ, ਅੰਦਰੋਂ ਚਲਾਕੀਆਂ ਕਰੀ ਚਲਿਆ ਜਾਂਦਾ। ਬਾਹਰੋਂ ਧਰਮ ਸਥਾਨ ਤੇ ਬਹਿੰਦਾ, ਅੰਦਰ ਫੇਰ ਉਹੀ ਉਹਦੇ ਇੱਕ ਪਉ ਲੱਥੀ ਨਾਤਿਆਂ ਦੋਏ ਪਾ ਚੜੀਏ, ਸੋਰ ਵਾਲੀ ਗੱਲ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਕੁਟਲਤਾ ਕੱਟੀ ਕਿਵੇਂ ਜਾਏ। ਮਨ ਦਾ ਇਹ ਖੋਟਾਪਣ, ਮਨ ਦੀਆਂ ਇਹ ਚਲਾਕੀਆਂ ਚਤਰਾਈਆਂ ਤੋਂ ਮੁਕਤ ਕਿਵੇਂ ਹੋਇਆ ਜਾਏ। ਜਿਵੇਂ ਕੁਹਾੜੇ ਦੇ ਨਾਲ ਉਹ ਲੱਕੜਾਂ ਨੂੰ ਕੱਟਿਆ ਜਾਂਦਾ ਹੈ ਨਾ, ਕੁਠਾਰ ਕਹਿੰਦੇ ਨੇ ਘਾੜੇ ਨੂੰ। ਕਾਟੀ ਹਰ ਕਾਟੀ ਕੁਟਲਤਾ ਕੁਠਾਰ। ਭਈ ਜਿਹੜੀ ਮਨ ਦੇ ਅੰਦਰ ਕੁਟਲਤਾ ਸੀ ਨਾ, ਉਹ ਵਾਹਿਗੁਰੂ ਜੀ ਦੇ ਨਾਮ ਦੇ ਕੁਹਾੜੇ ਨਾਲ ਕੱਟ ਦਿੱਤੀ। ਨਾਮ ਕੁਹਾੜੇ ਦੀ ਨਹੀਂ ਆਈ ਹੈ। ਜਿਵੇਂ ਕੁਹਾੜੇ ਦੇ ਨਾਲ ਲੱਕੜਾਂ ਕੱਟੀਆਂ ਜਾਂਦੀਆਂ ਨੇ, ਪਰਮਾਤਮਾ ਦਾ ਨਾਮ ਜਪਾਂਗੇ, ਸਾਡੇ ਅੰਦਰੋਂ ਔਗਣ ਕੱਟੇ ਜਾਣਗੇ, ਬੁਰਾਈਆਂ ਮਿਟਦੀਆਂ ਜਾਣਗੀਆਂ। ਭਰਮ ਬਨ ਦਹਿਨ ਭਏ ਖਿਨ ਪੀਤਰ, ਰਾਮ ਨਾਮ ਪਰਹਾਰ। ਬਨ ਕਹਿੰਦੇ ਨੇ ਜੰਗਲ ਨੂੰ, ਭਰਮ ਬਨ, ਜਿਹੜੇ ਸਾਡੇ ਅੰਦਰ ਭਰਮ ਦੇ ਜੰਗਲ ਹੀ ਜੰਗਲ ਮੜੇ ਬੈਠੇ ਸਨ। ਕਿੰਨੇ ਭਰਮ ਨੇ ਸਾਡੇ ਅੰਦਰ, ਨਿੱਕੀ ਨਿੱਕੀ ਗੱਲ ਦਾ ਭਰਮ ਕਰਦੇ। ਅੱਜ ਦਿਨ ਚੰਗਾ ਹੈ, ਅੱਜ ਦਿਨ ਮਾੜਾ ਹੈ, ਉਹ ਘੜੀ ਚੰਗੀ ਹੈ, ਉਹ ਘੜੀ ਮਾੜੀ ਹੈ, ਉਹ ਬੰਦਾ ਚੰਗਾ ਹੈ, ਉਹ ਥਾਂ ਚੰਗਾ ਹੈ, ਇਹ ਵਸਤੂ ਚੰਗੀ ਹੈ। ਕਿੰਨੇ ਭਰਮ ਨੇ ਸਾਡੇ ਸਮਾਜ ਦੇ ਅੰਦਰ। ਮਨੁੱਖ ਇਸ ਧਰਤੀ ਦਾ ਰਾਜਾ ਸੀ, ਲੇਕਿਨ ਮਨੁੱਖ ਨੂੰ ਕੈਦੀ ਬਣਾ ਲਿਆ ਗਿਆ। ਕੈਦੀ ਪਤਾ ਕਾਹਦੇ 'ਚ ਬਣਾਇਆ? ਇਹ ਕਰਮਖੰਡਾਂ 'ਚ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਕਬੀਰ ਕਾਗਜ਼ ਕੀ ਕੋਠਰੀ, ਮਸ ਕੇ ਕਰਮ ਕੁਪਾਟ, ਪਾਹਨ ਬੋਰੀ ਪ੍ਰਿਥਵੀ ਪੰਡਿਤ ਪਾੜੀ ਬਾਟ। ਕਾਗਜ਼ ਕੀ ਕੋਠ, ਓਬਰੀ, ਓਬਰੀ ਕਹਿੰਦੇ ਨੇ ਕੈਦ ਕੋਠੜੀ ਨੂੰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਜਿਹੜੇ ਚਲਾਕ ਧਾਰਮਿਕ ਆਗੂ ਸਨ ਨਾ, ਆਪਣੇ ਆਪ ਨੂੰ ਧਾਰਮਿਕ ਹੋਣ ਵਾਲੇ ਪਖੰਡੀ ਲੋਕ, ਕਾਗਜ਼ ਕੀ ਓਬਰੀ ਦਾ ਅਰਥ ਕਿ ਉਹ ਕਾਗਜ਼ਾਂ ਦੇ ਉੱਪਰ ਉਹਨਾਂ ਨੇ ਇੱਕ ਕੈਦ ਕੋਠੜੀ ਬਣਾਈ ਹੋਈ ਹੈ। ਓਬਰੀ ਕਹਿੰਦੇ ਕੈਦ ਕੋਠੜੀ ਨੂੰ। ਕਾਗਜ਼ਾਂ ਤੇ ਕੋਠੜੀ ਦਾ ਅਰਥ ਹੈ ਕਿ ਉਹਦੇ ਉੱਪਰ ਕਾਗਜ਼ਾਂ ਤੇ ਕਰਮ ਕਾਂਡ ਲਿਖੇ ਨੇ। ਇੰਨੇ ਦਿਨ ਇਹ ਕੰਮ ਕਰੋ, ਇੰਨੇ ਦਿਨ ਨੰਗੇ ਪੈਰੀ ਉੱਥੇ ਜਾਓ। ਆ ਸਾਡੇ ਵੀ ਦੁਕਾਨਦਾਰ ਨਾ ਵੇਚਣੀਆਂ ਸ਼ੁਰੂ ਕਰਤੀਆਂ ਕਿ ਇਹੋ ਜਿਹੀਆਂ ਬੁੱਕਾਂ ਲੋਕਾਂ ਨੂੰ ਕੈਦੀ ਬਣਾਉਣ ਲਈ। ਇੰਨੇ ਦਿਨ ਆਹ ਸ਼ਬਦ ਪੜੋ, ਇੰਨੇ ਦਿਨ ਨੰਗੇ ਪੈਰੀ ਜਾਓ, ਆਹ ਕਰੋ, ਉਹ ਕਰੋ। ਇਹ ਕੈਦ ਬਣਾਉਣ ਲਈ ਇੱਕ ਕੋਠੜੀ ਹੈ, ਤੁਹਾਡੀ ਸੁਰਤ ਨੂੰ ਮਾਨਸਿਕ ਤੌਰ ਤੇ ਕੈਦੀ ਬਣਾਉਣ ਦੇ ਲਈ, ਤੁਹਾਡੀ ਸੁਤੰਤਰਤਾ ਨੂੰ ਖਤਮ ਕਰਨ ਦੇ ਲਈ। ਇਸੇ ਤਰੀਕੇ ਦੇ ਨਾਲ ਬਾਬਾ ਕਬੀਰ ਸਾਹਿਬ ਜੀ ਨੇ ਕਾਗਜ਼ ਕੀ ਓਬਰੀ, ਇਹ ਚਲਾਕ ਲੋਕਾਂ ਨੇ ਕਾਗਜ਼ਾਂ ਦੇ ਉੱਪਰ ਇੱਕ ਕੈਦ ਕੋਠੜੀ ਬਣਾਈ ਹੈ। ਮਸ ਕੇ ਕਰਮ ਕਪਾਟ, ਮਸ ਕਹਿੰਦੇ ਸਿਆਹੀ ਨੂੰ, ਕਪਾਟ ਕਹਿੰਦੇ ਦਰਵਾਜ਼ੇ ਦੇ ਤਖਤਿਆਂ ਨੂੰ। ਸਿਆਹੀ ਦੇ ਨਾਲ ਜੋ ਕੁਝ ਲਿਖਿਆ ਹੈ ਨਾ, ਉਹ ਕੈਦ ਕੋਠੜੀ ਦੇ ਦਰਵਾਜ਼ੇ ਨੇ। ਪਾਹਨ ਬੋਰੀ ਪ੍ਰਿਥਵੀ ਪੰਡਿਤ ਪਾੜੀ ਬਾੜ, ਚਲਾਕ ਆਗੂਆਂ ਨੇ ਲੋਕਾਂ ਨੂੰ ਕਰਮ ਕਾਂਡਾਂ 'ਚ ਪਾ ਕੇ ਲੁੱਟ ਲਿਆ। ਆਪ ਉਹਨਾਂ ਦੇ ਘਰ ਹਰੇ ਭਰੇ ਹੋ ਗਏ, ਸ਼ਰਧਾਲੂ ਵਿਚਾਰੇ ਨੰਗੇ ਤੁਰੇ ਫਿਰਦੇ। ਦੇਖੋ ਨਾ ਤੁਸੀਂ, ਐਸ ਲਾਈਨ 'ਚ ਜਾਣਾ 500 ਰੁਪਈਆ ਲੱਗੇਗਾ, ਇਹ ਪੂਜਾ ਕਰਨੀ ਇੰਨੇ ਪੈਸੇ ਲੱਗਣਗੇ, ਇਹ ਲੱਗਣਗੇ, ਇੰਨੇ ਲੱਗਣਗੇ। ਪੰਡਿਤ ਪਾੜੀ ਬਾਟ, ਚਲਾਕ ਧਾਰਮਿਕ ਲੋਕਾਂ ਨੇ ਇਸ ਦੁਨੀਆ ਨੂੰ ਲੁੱਟਣਾ ਸ਼ੁਰੂ ਕਰਤਾ। ਬਾੜ ਦਾ ਅਰਥ ਹੁੰਦਾ ਰਸਤੇ 'ਚ ਰਾਹ ਮਾਰ ਜਿਹੜੇ ਬੈਠੇ ਹੁੰਦੇ ਨੇ, ਲੁੱਟਣਾ ਸ਼ੁਰੂ ਕਰ ਦਿੱਤਾ ਧਰਮ ਦੇ ਨਾਂ ਤੇ। ਦੇਖੋ ਰੱਬ ਦੇ ਨਾਂ ਤੇ ਲੁੱਟਿਆ ਜਾਂਦਾ। ਇਹ ਪਾਠ ਕਰਾਉਣਾ ਇੰਨੇ ਪੈਸੇ ਲੱਗਣਗੇ, ਇਹ ਪੂਜਾ ਕਰਾਉਣੀ ਇੰਨੇ ਪੈਸੇ ਲੱਗਣਗੇ, ਰੱਬ ਦੇ ਨਾਂ ਤੇ ਲੁੱਟਿਆ ਜਾਂਦਾ। ਇਹ ਕਿਉਂ ਲੁੱਟੇ ਜਾਂਦੇ ਅਸੀਂ? ਕਿਉਂ ਅਸੀਂ ਕੈਦੀ ਬਣ ਗਏ ਨਾ, ਅਸੀਂ ਉਹਨਾਂ ਦੀ ਕੈਦ 'ਚ ਫਸ ਗਏ, ਕਰਮ ਕਾਂਡਾਂ 'ਚ ਫਸ ਗਏ, ਤੇ ਅਸੀਂ ਲੁੱਟੇ ਹੀ ਜਾਵਾਂਗੇ। ਸਤਿਗੁਰੂ ਸਾਹਿਬ ਜੀ ਕਹਿੰਦੇ, ਜਦੋਂ ਗੁਰੂ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੇ, ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੇ, ਭਰਮ ਬਨ ਦਹਿਨ ਭਏ ਖਿਨ ਪੀਤਰ, ਸਾਡੇ ਅੰਦਰੋਂ ਉਹ ਭਰਮ ਦੇ ਜਿਹੜੇ ਜੰਗਲਾਂ ਦੇ ਜੰਗਲ ਸੀ ਨਾ, ਉਹ ਸੜ ਗਏ। ਸਾਰੇ ਭਰਮ ਮਿਟ ਗਏ, ਕੋਈ ਭਰਮ ਨਹੀਂ ਜ਼ਿੰਦਗੀ ਦੇ ਅੰਦਰ।
ਗੁਰਬਾਣੀ ਕਹਿੰਦੀ ਹਰ ਵਸਤੂ ਠੀਕ ਹੈ, ਕੋਈ ਵਸਤੂ ਮਾੜੀ ਨਹੀਂ ਹੈ, ਕੋਈ ਦਿਨ ਮਾੜਾ ਨਹੀਂ ਹੈ। ਦੇਖੋ ਕਿੰਨੇ ਪਿਆਰੇ ਬਚਨ ਅਸੀਂ ਪੜ੍ਹਦੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਜਿਹਦੇ ਤੇ ਰੱਬ ਦੀ ਮਿਹਰ ਹੋ ਜਾਏ ਉਹਦੇ ਲਈ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਮੁਹੂਰਤ ਭਲੇ ਨੇ। ਸਿੱਖ ਪੜ੍ਹਦਾ ਇਹੀ ਬਚਨ ਹੈ। ਇਹ ਕਨੂੰ ਫਿਰ ਵੀ ਕਹਿੰਦਾ ਜੀ ਸੰਗਰਾਂਦ ਦਾ ਦਿਨ ਬੜਾ ਪਵਿੱਤਰ ਹੈ। ਬਾਕੀ ਮਾੜੇ ਨੇ, ਜਿਹੜੇ 30 ਦਿਨ ਨੇ ਬਾਕੀ ਮਾੜੇ ਨੇ, ਕੋਈ ਸੰਗਰਾਂਦ ਦਾ ਦਿਨ ਬੜਾ ਵਧੀਆ ਸ਼ਾਇਦ। ਗੁਰਬਾਣੀ ਕਹਿੰਦੀ ਜਦੋਂ ਵਾਹਿਗੁਰੂ ਜੀ ਦੇ ਪਿਆਰ ਜੁੜੇ, ਸਾਰੇ ਮਹੀਨੇ, ਸਾਰੇ ਦਿਨ, ਸਾਰੇ ਤਿਉਹਾਰ, ਸਾਡੇ ਲਈ ਹਰ ਘੜੀ ਮੁਹੂਰਤ ਜਿਹੜਾ ਉਹ ਪਵਿੱਤਰ ਬਣ ਗਿਆ, ਸਾਡੇ ਲਈ ਉਹ ਮਹਾਨ ਬਣ ਗਿਆ। ਸਾਡੇ ਲਈ ਤੇ ਉਹੀ ਸਮਾਂ ਪਵਿੱਤਰ ਸੋਈ ਦਿਨ ਸੁਹਾਵੜਾ, ਜਿਤ ਪ੍ਰਭਾਵੇ ਚਿਤ, ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ। ਜਦੋਂ ਪਰਮਾਤਮਾ ਨਾਲੋਂ ਟੁੱਟ ਜਾਈਏ ਸਾਡੇ ਲਈ ਤੇ ਉਹ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਉਹ ਫਿਟਕਾਰਯੋਗ ਹੈ, ਉਹ ਕੋਈ ਲਾਹੇਵੰਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ ਜੁੜੇ, ਪਰਮਾਤਮਾ ਦੇ ਨਾਮ ਨੇ ਸਾਡੇ ਅੰਦਰੋਂ ਇੱਕ ਕੁਟਲਤਾ, ਚਲਾਕੀਆਂ, ਚਤਰਾਈਆਂ ਇਵੇਂ ਕੱਢ ਦਿੱਤੀਆਂ ਜਿਵੇਂ ਲੱਕੜ ਦੇ ਨਾਲ, ਕੁਹਾੜੇ ਦੇ ਨਾਲ ਲੱਕੜਾਂ ਕੱਟੀਆਂ ਜਾਂਦੀਆਂ ਨੇ। ਖਤਮ ਹੋ ਗਈਆਂ ਚਲਾਕੀਆਂ ਪਰਮਾਤਮਾ ਦੇ ਨਾਮ ਨਾਲ ਜੁੜ ਕੇ। ਹੁਣ ਭ੍ਰਮ ਬਨ ਦਹਿਨ ਭਏ ਖਿਨ ਪੀਤਰ, ਰਾਮ ਨਾਮ ਪਰਹਾਰ। ਤੇ ਵਾਹਿਗੁਰੂ ਜੀ ਦੇ ਨਾਮ ਦਾ ਇਹੋ ਜਿਹਾ ਵਾਰ ਹੋਇਆ ਕਿ ਸਾਡੇ ਅੰਦਰੋਂ ਭਰਮ ਦੇ ਜੰਗਲਾਂ ਦੇ ਜੰਗਲ ਖਤਮ ਹੋ ਗਏ। ਨਾਮ ਦੇ ਰਾਹੀਂ ਸਭ ਭਰਮ ਮਿਟ ਗਏ। ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ ਤਿਉਂ-ਤਿਉਂ ਸਾਡੇ ਅੰਦਰੋਂ ਔਗਣੀ ਮਿਟਦੇ ਚਲੇ ਜਾਣਗੇ, ਸਾਡੇ ਅੰਦਰੋਂ ਡਰ ਕੱਟਿਆ ਜਾਏਗਾ। ਬੰਦਾ ਡਰਿਆ ਹੋਇਆ, ਇਹ ਬਾਹਰੋਂ ਨਹੀਂ ਡਰਿਆ ਹੋਇਆ, ਉਹਨੂੰ ਡਰ ਅੰਦਰੋਂ ਹੈ। ਬਾਹਰੋਂ ਦੇਖੋ ਬੰਦਾ ਪਦਾਰਥਕ ਤੌਰ ਤੇ ਉਹਦੇ ਕੋਲ ਬੜਾ ਪਦਾਰਥ ਹੈ, ਉਹਦੇ ਕੋਲ ਰਾਜਗੱਦੀਆਂ ਵੀ ਨੇ, ਉਹਦੇ ਕੋਲ ਤਾਕਤ ਹੈ, ਸਭ ਕੁਝ ਹੈ, ਸਾਧਨ ਨੇ, ਲੇਕਿਨ ਬੰਦਾ ਅੰਦਰੋਂ ਡਰਿਆ ਕਾਹਦੇ ਲਈ? ਉਹਦੇ ਅੰਦਰ ਇੱਕ ਡਰ ਬਿਠਾ ਦਿੱਤਾ ਗਿਆ। ਜ਼ਿਆਦਾਤਰ ਧਾਰਮਿਕ ਲੋਕਾਂ ਦਾ ਕੰਮ ਲੋਕਾਂ ਨੂੰ ਡਰਾਉਣਾ ਹੀ ਹੈ, ਲੋਕਾਂ ਨੂੰ ਡਰਾ ਕੇ ਰੱਖੋ। ਔਰ ਮਨੁੱਖ ਦੇ ਅੰਦਰ ਨਾ ਡਰ, ਜਿਹਨੂੰ ਕਹਿ ਲੋ ਹੀਣ ਭਾਵਨਾ ਭਰ ਚੁੱਕੀ ਹੈ। ਮਨੁੱਖ ਸੋਚਦਾ ਕਿ ਮੈਂ ਬੜਾ ਪਾਪੀ ਹਾਂ, ਮੈਂ ਬੜਾ ਬੁਰਾ ਹਾਂ। ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ, ਪਰਮਾਤਮਾ ਦਾ ਨਾਮ ਸਾਡੇ ਅੰਦਰੋਂ ਡਰ ਕੱਟਦਾ। ਰੱਬ ਨੂੰ ਚੇਤੇ ਕਰਕੇ ਵੀ ਜੇ ਡਰਦੇ ਰਹੀਏ ਤੇ ਡਰ ਕੱਟਿਆ ਕਿੱਥੇ ਜਾਏਗਾ? ਪਰਮਾਤਮਾ ਨਿਰਭਉ ਹੈ। ਗੁਰਬਾਣੀ ਨੇ ਉਹਦਾ ਸਰੂਪ ਦੱਸਿਆ ਕਿ ਪਰਮਾਤਮਾ ਨਿਰਭਉ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਨ ਨਿਰਭਉ ਜਿਨ ਹਰ ਨਿਰਭਉ, ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਡਰ ਮਿਟ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭੂ ਕਿਰਪਾ ਤੇ ਪ੍ਰਾਣੀ ਛੁਟੈ। ਜਿਹੜੇ ਨਿਰਭਉ ਦਾ ਸਿਮਰਨ ਕਰਦੇ ਉਹਨਾਂ ਦੇ ਸਾਰੇ ਡਰ ਕੱਟੇ ਜਾਂਦੇ ਨੇ। ਸਭ ਤੋਂ ਵੱਡਾ ਮੌਤ ਦਾ ਹੀ ਡਰ ਹੈ ਨਾ, ਉਹਨਾਂ ਨੂੰ ਤੇ ਮੌਤ ਦਾ ਵੀ ਕੋਈ ਡਰ ਨਹੀਂ ਰਹਿੰਦਾ। ਉਹ ਤੇ ਕਹਿੰਦੇ ਵਾਹਿਗੁਰੂ ਜੀ ਦੇ ਹੁਕਮ ਚ ਆਏ ਆ, ਵਾਹਿਗੁਰੂ ਜੀ ਦੇ ਹੁਕਮ ਚਲੇ ਜਾਣਾ। ਮੌਤ ਚੀਜ਼ ਕੀ ਹੈ? ਨਹਿ ਕਿਸ ਜਨਮੇ ਨਹਿ ਕਿਸ ਮਰੇ, ਆਪਨ ਚਲਤ ਆਪ ਹੀ ਕਰੇ। ਕੋਈ ਜੰਮਦਾ ਮਰਦਾ ਨਹੀਂ ਹੈ, ਇਹ ਤਾਂ ਉਹਦੀ ਖੇਡ ਹੈ, ਇਹ ਤਾਂ ਉਹਦਾ ਇੱਕ ਚੋਜ ਹੈ। ਉਹਦੇ ਹੁਕਮ ਚ ਆਏ ਸਾਂ ਚਲੇ ਜਾਣਾ, ਅਸੀਂ ਕਿੱਥੇ ਬੈਠੇ ਰਹਿਣਾ। ਇਸ ਕਰਕੇ ਉਹਨਾਂ ਨੇ ਅੰਦਰੋਂ ਸਾਰੇ ਡਰ ਕੱਟੇ ਜਾਂਦੇ ਨੇ, ਭਰਮ ਮਿਟ ਜਾਂਦੇ ਨੇ। ਜਿੰਨਾ ਚਿਰ ਭਰਮ ਹੈ ਦੁੱਖ ਉਹਨਾਂ ਚਿਰ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕੇ ਮਾਧਵੇ ਕਿਹਾ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੇ ਵਿੱਚ ਸਾਡੀ ਹਾਲਤ ਪਤਾ ਕੀ ਬਣਦੀ ਹੈ? ਜਿਵੇਂ ਇੱਕ ਰਾਜਾ ਦੀ ਕਹਾਣੀ ਸੁਣਾਉਂਦੇ ਨੇ ਕਿ ਸੁਪਨਾ ਆਇਆ, ਸੁਪਨੇ 'ਚ ਭਿਖਾਰੀ ਬਣ ਗਿਆ, ਹੈਗਾ ਰਾਜਾ ਪਰ ਭਿਖਾਰੀ ਬਣ ਕੇ ਉਹ ਮੰਗ ਰਿਹਾ ਹੈ, ਦੁਖੀ ਹੋ ਰਿਹਾ ਹੈ, ਸੁਪਨੇ 'ਚ ਦੁਖੀ ਹੋ ਰਿਹਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛਰ ਦੁਖ ਪਾਇਆ, ਸੋਗਤ ਪਈ ਹਮਾਰੀ। ਬੰਦਾ ਧਰਤੀ ਦਾ ਰਾਜਾ ਸੀ, ਰਾਜਾ ਹੈ, ਲੇਕਿਨ ਸੁਪਨੇ 'ਚ ਇਹ ਵੀ ਭਿਖਾਰੀ ਬਣ ਗਿਆ। ਮੋਹ ਮਾਇਆ ਨਾਲ ਜੁੜ ਕੇ, ਸੰਸਾਰ ਨਾਲ ਜੁੜ ਕੇ ਭਿਖਾਰੀ ਬਣ ਗਿਆ। ਸੋਗਤ ਪਈ ਹਮਾਰੀ। ਉਹ ਜਿਹੜਾ ਭਿਖਾਰੀ ਬਣਿਆ ਹੈ ਨਾ, ਸੋਚਦਾ ਕਿ ਮੈਂ ਭਿਖਾਰੀ ਹਾਂ, ਹੈ ਭਿਖਾਰੀ ਨਹੀਂ, ਰਾਜਾ ਸੀ। ਉਹ ਹੁਣ ਭਿਖਾਰੀ ਪੁਣਾ ਖਤਮ ਕਦੋਂ ਹੋਏ? ਜਦੋਂ ਪਰਮਾਤਮਾ ਦੇ ਪਿਆਰ ਜੁੜੇਗਾ। ਜਿਉਂ-ਜਿਉਂ ਪਰਮਾਤਮਾ ਦੇ ਪਿਆਰ ਵਿੱਚ ਜੁੜੇ ਤਿਉਂ-ਤਿਉਂ ਅੰਦਰ ਚਾਨਣ ਹੁੰਦਾ ਹੈ, ਪ੍ਰਗਾਸ ਹੁੰਦਾ ਹੈ, ਸੋਝੀ ਹੁੰਦੀ ਹੈ। ਤਿਉਂ-ਤਿਉਂ ਅੰਦਰੋਂ ਭਰਮ ਮਿਟਦੇ ਨੇ। ਭਰਮ ਬਨ ਦਹਿਨ ਭਏ ਖਿਨ ਪੀਤਰ, ਰਾਮ ਨਾਮ ਪਰਹਾਰ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਗੁਰੂ ਕੇ ਸ਼ਬਦ ਤੋਂ ਬਿਨਾਂ ਜਿਸ ਮਨੁੱਖ ਕੋਲ ਵੀ ਜਾਓਗੇ ਤੁਹਾਨੂੰ ਭਰਮਾਂ 'ਚ ਹੀ ਪਾਏਗਾ। ਕੋਈ ਭਾਗਾਂ ਵਾਲਾ ਹੈ ਜਿਹੜਾ ਗੁਰੂ ਕੇ ਗਿਆਨ ਦੇ ਨਾਲ ਤੁਹਾਨੂੰ ਜੋੜ ਕੇ ਭਰਮ ਤੋਂ ਮੁਕਤ ਕਰੇਗਾ। ਇਹ ਤੇ ਆਪਾਂ ਦੇਖਦੇ ਗੁਰਬਾਣੀ ਦੇ ਨਾਂ ਤੇ ਵੀ ਭਰਮ ਖੜੇ ਕਰੀ ਜਾਂਦੇ ਨੇ ਲੋਕ, ਕਿਉਂਕਿ ਦੁਕਾਨਾਂ ਸੋਹਣੀਆਂ ਚੱਲਦੀਆਂ ਲੋਕਾਂ ਨੂੰ ਭਰਮਾਂ 'ਚ ਪਾ ਕੇ। ਸਤਿਗੁਰੂ ਜੀ ਕਹਿੰਦੇ ਕਿ ਜਦੋਂ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਜਿਉਂ-ਜਿਉਂ ਜੁੜਦੇ ਗਏ
त्यों अंदर चानण होई जाएगा, प्रकाश होई जाएगा। ब्रह्म अगन साडे अंदर जल्दी चली जाएगी, त्यों तो भरम दे जंगलों के जंगल मुक जाएंगे, कोई भरम नहीं साडे अंदर रहेगा। फिर तो जिंदगी दे विच केवल एक परमात्मा का प्यार नजर आएगा। साहब जी कहते फिर की होएगा, रहाओ काम क्रोध निंदा पर हरिया, काढ़े साधु के संगवार। सतगुरु गुरु अर्जन साहब जी कहते जदों सत संगत विच आए, गुरु की हजूरी च आए, साधु कै संग, सत संगत विच आए जदों, फिर सत संगत विच आके गुरु के शब्द राई परमात्मा दे प्यार जुड़ के अपने अंदरों काम क्रोध निंदा नूं दूर सुट दिता। यही ने साडे लई जंजाल बने हुए। साडे अंदर निंदा करने की भावना है, क्रोध है, अवगुण ने, बुराइयां ने, जिन्हां जंजीरां च असीं फसे बैठे दिन रात फसे रहिंदे। साडे लई तां जाली रहन जाल दिन हुआ जेती घड़ी फाही तेती। जाली रहन रात जिहड़ी है ना, ये भी जाली वांगू जिवें पंछियां नूं फड़न लई जाली नहीं लगाई हुंदी। जाली रहन जाल दिन हुआ, ये दिन जिहड़ा है भी साडे लई जाल ही बनिया बैठा है। सारा दिन फसे रहिंदे आपां जाल विच। जेती घड़ी फाही तेती, जिन्नियां घड़ियां ने, जिन्ने साडे मिनट सकिंट ने, वो तो साडे लई फाहियां बन के बैठे ने। असी हर घड़ी कोई चिंता करते रहने हैं, जां कोई बुरा सोचते रहने हैं, किसी का बुरा सोचते रहने हैं। ईरखा निंदा चुगली वखीली अनेक तरह दीयां बुराइयां साडे मन च वापरदियां रहंदियां। यही तो बंधन ने। शरीर भावें सुतंत्र है, पर सुरत तो साडी बंधना विच है ना। शरीर की सुतंत्रता ही कली सुतंत्रता नहीं होंदी, जिन्ना चिर सुरत सुतंत्र नहीं है। जिहड़ा बंदा सुरत करके मन करके सुतंत्र नहीं ना, वो भावें जिन्ना मर्जी किसी मुल्क का राजा होए मालिक होए, वो रहिंदा गुलाम ही है। ये गुलामी कट्टी जानी जदों साडे अंदरों अवगुण मिटणगे, मन सुतंत्र होएगा, मन के उपर इन्हां दा काबू है। साहब कहते जदों गुरु की हजूरी च आए, काम क्रोध निंदा पर हरिया, काढ़े साधु के संग मार। गुरु की संगत विच आए, साडे अंदरों क्रोध मिट गया, काम मिट गया, क्रोध निंदा आदि जो कुछ सी ना सत संगत विच आके अंदरों मार के बाहर कढ़ दिते। भाव इन्हां तो मुक्ति मिल गई। हुण निंदा किहदी करिए, क्योंकि गुरु ने तो सानू दस दिता है, मंदा के सुनो आखिए जां तिस बिन कोई ना है। सारियां च ही परमात्मा बैठा होया। हुण ते ना को बैरी नहीं बेगाना, सगल संग हमको बन आई। कोई बेगाना नहीं है, कोई पराया नहीं है। ये तो सारे ही परमात्मा दे बनाए हुए ने। एक नूर ते सब जग उपजया, कौन भले को मंदे। जदों सारियां च ही रब्बी नूर है, रब दी संतान ने सारे, फिर आपां किहनूं माड़ा कहीए, किहदी निंदा करिए, किहनूं बुरा कहीए, किहदा असीं नुकसान करिए। सतगुरु जी कहंदे ये कुछ साधु के संग मार। गुरु की हजूरी जदों आए, गुरु दी कृपा सदका ये अपने अवगुण अपने हिरदे विचों कढ़ दिते। जन्म पदार्थ गुरमुख जीत्या, बौर न जूवे हार। गुरमुख दा अर्थ के गुरु राही, गुरु राही हुण जिंदगी दे पदार्थ नूं जित लिया। जिंदगी जो मिली है बड़ा कीमती एक मौका है। गुरबाणी कहंदी गोविंद मिलण की यह तेरी बरीआ। एक चांस है गोविंद नूं मिलण दा, तैनूं मिलिया होया। यही तेरी अवसर, यही तेरी बार। सतगुरु जी का एक अमृत बचन कि इस पौड़ी ते जो नर चूके, फिर आए जाए दुख पाएंदा। जेड़ा इस पौड़ी तो चुक गया, खुंज गया कह लो, जिन्हें मौका खुंजा दिता, गवा दिता, वो तो फिर आउंदा जांदा रहेगा, वो तो भटकदा रहेगा। पर जेड़े गुरमुख जन ने उन्होंने गुरु दे राही इस मौके नूं संभाल लिया। जन्म पदार्थ गुरमुख जीते, बौर न जूवे हार। गुरु की मत ग्रहण करके रबी प्यारियां ने इस जिंदगी दे पदार्थ नूं जित लिया, जिंदगी का लाहा ले लिया, जिंदगी का जो मनोहर सी उन्होंने प्राप्त कर लिया। हुण बहुड़ न जूवे हार। हुण वो मुड़ के अपनी ये जिंदगी जिहड़ी है इनू जूए विच हारदे नहीं। देखो जूए च की हुंदा है, बंदा किन्ने पैसे एवें लुटा हुंदा है, पल्ले कुछ पैंदा नहीं है। मनुखा जिंदगी भी साडी कुछ इस तरह की बन गई। सतगुरु जी का बचन के हीरे जैसा जन्म है, कौडी बदले जाए। साडा हीरे वर्गा जन्म, कौडियां दे भाए तुरिया जांदा। देखो ना, जिंदगी मिली सी किरत करन दे लई, नाम जपण दे लई, परमात्मा दे प्यार जुण लई। जो असीं बैठे किन्ना किन्ना चिर चुगलियां ही करते रहने,
ਉਹਨਾਂ ਸਮਾਂ ਸਾਡਾ ਆਕਾਰ ਚਲਿਆ ਗਿਆ ਨਾ। ਜਦੋਂ ਅਸੀਂ ਬੁਰਾ ਸੋਚਦੇ ਰਹਿੰਦੇ ਜਾਂ ਚਿੰਤਾ ਹੀ ਕਰਦੇ ਰਹਿੰਦੇ ਹਾਂ। ਕਈਆਂ ਦਾ, ਮੇਰੇ ਵਰਗਿਆਂ ਦਾ ਚਿੰਤਾ ਨਾਲ ਬੜਾ ਪਿਆਰ ਹੈ। ਕਈ ਤੇ ਚਿੰਤਾ ਕਰਨ ਦੇ ਲਈ ਛੁੱਟੀ ਲੈ ਲੈਂਦੇ ਕਿ ਅੱਜ ਆਪਾਂ ਨਾ ਦੁਖੀ ਬੜੇ, ਜਾਣਾ ਨਹੀਂ ਕੰਮ ਤੇ। ਉਹ ਚਿੰਤਾ ਕਰਨ ਲਈ ਛੁੱਟੀ ਲੈਂਦੇ ਕਿ ਬੈਠ ਕੇ ਚਿੰਤਾ ਹੀ ਕਰੀ ਚਲੇ ਜਾਈਏ। ਚਿੰਤਾ ਤੋਂ ਮੁਕਤ ਹੋਣ ਦਾ ਤਰੀਕਾ ਹੈ ਕਿ ਕੰਮ ਵਿੱਚ ਰੁੱਝ ਜਾਓ। ਸੁਰਤ ਕੰਮ 'ਚ ਲੱਗ ਜਾਏਗੀ, ਚਿੰਤਾ ਆਪੇ ਮੁੱਕ ਜਾਏਗੀ। ਕੋਈ ਦੁੱਖ ਜਿਹੜੇ ਵਿਹਲੇ ਰਿਆਂ ਨਹੀਂ ਕੱਟਿਆ ਜਾਣਾ। ਕੋਈ ਚਿੰਤਾ ਤੋਂ ਮੁਕਤੀ ਵਿਹਲੇ ਰਿਆਂ ਨਹੀਂ ਮਿਲਦੀ ਹੁੰਦੀ। ਇਸ ਕਰਕੇ ਕਈ ਤੇ ਟਾਈਮ ਹੀ ਕੱਢਦੇ ਉਚੇਚਾ ਕਿ ਚਲੋ ਅੱਜ ਚਿੰਤਾ ਹੀ ਕਰ ਲੈਨੇ ਬੈਠ ਕੇ। ਚਿੰਤਾ ਦੇ ਵਿੱਚ ਪੈ ਕੇ ਅਸੀਂ ਆਪਣੀ ਜ਼ਿੰਦਗੀ ਦਾ ਟਾਈਮ ਅਕਾਰਥ ਗਵਾ ਦਿੱਤਾ। ਬੁਰੀਆਂ ਗੱਲਾਂ ਕਰਕੇ, ਔਗਣ ਕਰਕੇ ਜ਼ਿੰਦਗੀ ਦਾ ਟਾਈਮ ਅਸੀਂ ਵੇਸਟ ਕਰ ਦਿੱਤਾ। ਇੱਕ ਇੱਕ ਛਿਨ ਕਿੰਨਾ ਕੀਮਤੀ ਕਹਿੰਦੇ ਨੇ। ਇੱਕ ਜ਼ਿਮੀਂਦਾਰ ਨੇ ਕਿਤੇ ਇੱਕ ਖੇਤ 'ਚ ਖੇਤੀ ਬੀਜੀ। ਉਹ ਖੇਤ ਸੀ ਨਦੀ ਦੇ ਕਿਨਾਰੇ 'ਤੇ। ਜਿਵੇਂ ਅਸੀਂ ਮੱਕੀ ਬੀਜ ਲੈਂਦੇ ਹਾਂ, ਮੱਕੀ ਜਦੋਂ ਪੱਕਣ 'ਤੇ ਆਉਂਦੀ ਜਾਂ ਫਸਲ ਜਦੋਂ ਕਈ ਵਾਰੀ ਪੱਕਣ 'ਤੇ ਆਉਂਦੀ ਹੈ, ਛੱਲੀਆਂ ਪੈਂਦੀਆਂ ਨੇ, ਉਹਨੂੰ ਫਿਰ ਤੋਤੇ ਕਾਂ ਆ ਕੇ ਖਾਣਾ ਸ਼ੁਰੂ ਕਰ ਦਿੰਦੇ ਨੇ। ਫਿਰ ਉੱਥੇ ਰਾਖੀ ਕਰਨੀ ਪੈਂਦੀ ਹੈ, ਜ਼ਿਮੀਂਦਾਰਾਂ ਨੂੰ ਬੈਠਣਾ ਪੈਂਦਾ ਹੈ। ਇਹ ਜ਼ਿਮੀਂਦਾਰ ਵੀ ਜਦੋਂ ਇਹ ਮੌਕਾ ਆਇਆ ਤੇ ਖੇਤ ਵਿੱਚ ਹੀ ਜਾ ਕੇ ਨਾ ਉਹ ਜ਼ਿਮੀਂਦਾਰ ਇੱਕ ਮਣਾ ਬਣਾ ਲੈਂਦੇ ਨੇ। ਆਪੋ ਆਪਣੇ ਇਲਾਕੇ ਦੀ ਬੋਲੀ ਹੁੰਦੀ। ਸਾਡੇ ਇਲਾਕੇ 'ਚ ਤੇ ਮਣਾ ਕਹਿੰਦੇ ਨੇ। ਲੱਕੜਾਂ ਗੱਡ ਕੇ ਉੱਚਾ ਜਿਹਾ ਉੱਪਰ ਇੱਕ ਛੱਪਰ ਬਣਾ ਕੇ ਉੱਪਰ ਬੈਠ ਜਾਣਾ। ਦੂਰ ਤੱਕ ਫਸਲ ਨਜ਼ਰ ਆਉਂਦੀ ਹੈ। ਉੱਥੋਂ ਰੌਲਾ ਪਾਉਣਾ, ਪੀਪਾ ਵਜਾਉਣਾ, ਕੋ ਪਟਾਕੇ ਚਲਾਉਣੇ, ਕੋ ਗੁਲੇਲ ਦੇ ਨਾਲ ਗੋਲੀਆਂ ਮਾਰ ਕੇ ਪੰਛੀਆਂ ਨੂੰ ਉਡਾਉਣਾ। ਇਹ ਜ਼ਿਮੀਂਦਾਰ ਵੀ ਖੇਤ ਵਿੱਚ ਚਲਿਆ ਜਾਂਦਾ ਸੀ। ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਂ ਤੋਤੇ ਉਡਾਉਂਦਾ ਰਹਿੰਦਾ ਸੀ। ਇਹਨੇ ਰੋਜ਼ ਮਿੱਟੀ ਪੁੱਟਣੀ, ਮਿੱਟੀ ਪੁੱਟ ਕੇ ਗੋਲ ਗੋਲ ਗੋਲੀਆਂ ਜੀਆਂ ਬਣਾਉਣੀਆਂ। ਜਦੋਂ ਸੁੱਕ ਜਾਣੀਆਂ ਗੁਲੇਲ 'ਚ ਪਾ ਕੇ ਚਲਾਈ ਜਾਣੀਆਂ ਜਿੱਧਰ ਕਾਂ ਨਜ਼ਰ ਆਉਣੇ। ਇੱਕ ਦਿਨ ਦੀ ਗੱਲ ਹੈ, ਮਿੱਟੀ ਪੁੱਟ ਰਿਹਾ। ਮਿੱਟੀ ਪੁੱਟਦਿਆਂ ਨੂੰ ਹੇਠਾਂ ਇੱਕ ਕੁੱਜਾ ਜਿਹਾ ਮਿਲ ਗਿਆ। ਉਹ ਗੋਲ ਗੋਲ ਪੱਥਰਾਂ ਨਾਲ ਭਰਿਆ ਪਿਆ ਸੀ। ਕਹਿਣ ਲੱਗਾ, ਲੋ ਅੱਜ ਤੇ ਗੋਲੀਆਂ ਬਣੀਆਂ ਬਣਾਈਆਂ ਮਿਲ ਗਈਆਂ, ਬੜੀਆਂ ਸੋਹਣੀਆਂ ਪੱਕੀਆਂ। ਇਹਨੂੰ ਪਤਾ ਨਹੀਂ ਸੀ। ਉਹ ਇੱਕ ਗੋਲੀ ਕੱਢਦਾ, ਉਹਨੂੰ ਗੁਲੇਲ 'ਤੇ ਚੜ੍ਹਦਾ ਤੇ ਜਿੱਧਰ ਕਾਂ ਤੋਤੇ ਨਜ਼ਰ ਆਉਂਦੇ ਉਧਰ ਨੂੰ ਮਾਰਦਾ। ਚਲਾਉਂਦੇ ਚਲਾਉਂਦੇ ਦੁਪਹਿਰ ਹੋ ਗਈ। ਲਾਗੇ ਨਦੀ ਸੀ, ਉਹ ਗੋਲੀਆਂ ਨਦੀ 'ਚ ਡਿੱਗ ਜਾਂਦੀਆਂ ਨੇ ਕੀ ਜਾ ਕੇ। ਦੁਪਹਿਰਾਂ ਨੂੰ ਇਹਦੀ ਘਰ ਵਾਲੀ ਇਹਦੇ ਲਈ ਰੋਟੀ ਪਾਣੀ ਲੈ ਕੇ ਆਈ। ਉਹ ਗੋਲ ਜਿਹਾ ਪੱਥਰ ਪਿਆ ਦੇਖਿਆ। ਕਹਿਣ ਲੱਗੀ, ਆ ਤੇ ਬੜਾ ਸੋਹਣਾ ਗੋਲ ਜਿਹਾ ਪੱਥਰ ਹੈ, ਘਰ ਲੈ ਜਾਂਦੇ, ਆਪਣਾ ਮੁੰਡਾ ਹੀ ਖੇਡਿਆ ਕਰੇਗਾ ਇਹਦੇ ਨਾਲ, ਬੜਾ ਸੋਹਣਾ ਲੱਗਦਾ। ਕਹਿੰਦੇ ਘਰ ਲੈ ਕੇ ਜਦੋਂ ਤੁਰੀ ਜਾਂਦੀ, ਅੱਗੇ ਇੱਕ ਜੌਹਰੀ ਕੁਦਰਤੀ ਤੁਰਿਆ ਜਾਂਦਾ ਸੀ। ਜੌਹਰੀ ਜਿਹਨੂੰ ਹੀਰਿਆਂ ਦੀ ਪਰਖ ਸੀ। ਇਹਦੇ ਵੱਲ ਦੇਖ ਕੇ ਜੌਹਰੀ ਬੜਾ ਪ੍ਰਭਾਵਿਤ ਹੋਇਆ। ਹੁਣ ਉਹ ਪੱਥਰ ਚਮਕਦਾ ਸੀ। ਇਹਦੇ ਵੱਲ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਕਹਿਣ ਲੱਗਾ, ਬੀਬਾ ਤੇਰੇ ਹੱਥ 'ਚ ਤੇ ਬੜਾ ਕੀਮਤੀ ਪੱਥਰ ਹੈ, ਇਹ ਕਿੱਥੋਂ ਲਿਆ ਤੂੰ? ਬੜਾ ਲਾਲ ਹੈ। ਉਹ ਕਹਿੰਦੀ, ਕਿੰਨੇ ਕੁ ਦਾ ਹੋਏਗਾ? ਕਹਿੰਦਾ, ਇਹਦੀ ਤੇ ਕੀਮਤ ਮੈਂ ਦੇ ਹੀ ਨਹੀਂ ਸਕਦਾ, ਇੰਨਾ ਅਮੋਲ ਪੱਥਰ ਹੈ, ਇੰਨਾ ਕੀਮਤੀ ਪੱਥਰ ਹੈ। ਘਰ ਲੈ ਗਈ ਤੇ ਕਾਲਾ ਨੂੰ ਘਰ ਵਾਲਾ ਆਇਆ ਨਾ, ਉਹਨੂੰ ਗੱਲ ਦੱਸੀ ਤੇ ਘਰ ਵਾਲਾ ਕਹਿੰਦੇ ਟੱਕਰਾਂ ਮਾਰ ਮਾਰ ਕੇ ਮਰ ਗਿਆ ਕਿ ਮੈਂ ਇੰਨੇ ਕੀਮਤੀ ਪੱਥਰ ਕੇਵਲ ਕਾਂ ਡਾਉਣ ਲਈ ਸੁੱਟ ਦਿੱਤੇ, ਇੰਨੇ ਕੀਮਤੀ ਪੱਥਰ ਇਦਾਂ ਗਵਾ ਹੀ ਦਿੱਤੇ ਮੈਂ। ਦਰਅਸਲ ਇਹ ਜ਼ਿੰਦਗੀ ਸਾਡੀ ਇੱਕ ਖੇਤ ਹੀ ਹੈ ਤੇ ਇਹ ਜ਼ਿੰਦਗੀ ਦੇ ਖੇਤ ਵਿੱਚ ਇਹ ਵਿਕਾਰ ਔਗਣ ਬੁਰਾਈਆਂ ਆਉਂਦੀਆਂ ਨੇ ਤੇ ਸਾਡੇ ਜਿਹੜੇ ਸਵਾਸ ਨੇ ਇਹ ਕੀਮਤੀ ਉਹ ਲਾਲ ਨੇ, ਪੱਥਰ ਨੇ, ਜਿਹੜੇ ਇਹਨਾਂ ਵਿਕਾਰਾਂ ਨੂੰ ਖੁਸ਼ ਕਰਨ ਲਈ ਅਸੀਂ ਉਡਾਈ ਚਲੇ ਜਾਂਦੇ ਹਾਂ, ਐਵੇਂ ਗਵਾਈ ਚਲੇ ਜਾਂਦੇ ਹਾਂ। ਜਿਹੜਾ ਕੋਈ ਇੱਕ ਸਵਾਸ ਸਤ ਸੰਗਤ 'ਚ ਬੈਠ ਕੇ ਬਤੀਤ ਕਰਦੇ ਨਾ, ਆਪਾਂ ਕਿਸੇ ਭਲੇ ਪੁਰਖਾਂ ਕੋਲ ਬੈਠ ਕੇ ਬਤੀਤ ਕਰਦੇ ਹਾਂ, ਜਿਹਦੇ ਪ੍ਰਥਾਏ ਬਾਬਾ ਕਬੀਰ ਜੀ ਨੇ ਕਿਹਾ ਸੀ, ਏਕ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾ। ਥੋੜੇ ਤੋਂ ਥੋੜਾ ਚਿਰ ਵੀ ਜੋ ਸਤ ਸੰਗਤ ਰਾਹੀਂ ਰੱਬੀ ਪਿਆਰ 'ਚ ਜੁੜ ਜਾਂਦੇ ਆ, ਜੋ ਕਰਦੇ ਬਹੁਤ ਭਾਰੀ ਲਾਹੇਵੰਦਾ ਹੁੰਦਾ। ਉਹ ਜਿਹੜਾ ਇੱਕ ਘੜੀ ਕਿਤੇ ਬੈਠ ਕੇ ਬਤੀਤ ਕੀਤੀ, ਜਦੋਂ ਉਹਦਾ ਮੁੱਲ ਪੈਣ ਲੱਗਾ ਨਾ, ਉਹਦਾ ਮੁੱਲ ਫਿਰ ਬੰਦਾ ਝੂਰਦਾ ਹੈ, ਸਿਰ ਮਾਰਦਾ ਹੈ, ਟੱਕਰਾਂ ਮਾਰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਇੰਨੇ ਸਵਾਸ ਅਕਾਰਥਿਕ ਗਵਾ ਦਿੱਤੇ, ਬਿਰਥਾ ਗਵਾ ਦਿੱਤੇ। ਜਦੋਂ ਅਸੀਂ ਸਤ ਸੰਗਤ ਵਿੱਚ ਆ ਜਾਈਏ, ਸਤ ਸੰਗਤ ਵਿੱਚ ਆਉਣ ਵਾਲਿਆਂ ਦੀ ਬਹੁਤ ਵੱਡੀ ਵਡਿਆਈ ਸਤਿਗੁਰੂ ਜੀ ਨੇ ਕੀਤੀ ਹੈ। ਗੁਰਬਾਣੀ ਕੋਈ ਕਪੋਲ ਕਲਪਨਾ ਨਹੀਂ ਹੈ, ਗੁਰਬਾਣੀ ਕੋ ਐਵੇਂ ਲਾਰੇ ਲੱਪੇ ਨਹੀਂ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੇਂ, ਭਾਗਹੀਨ ਪ੍ਰਮ ਚੋਟਾਂ ਖਾਵੇਂ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸਤ ਸੰਗਤ ਇੰਨੀ ਮਹਾਨ ਹੈ, ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਜਿਹੜਾ ਟਾਈਮ ਅਸੀਂ ਸਤ ਸੰਗਤ ਵਿੱਚ ਕਿਤੇ ਜੁੜ ਜਾਂਦੇ ਹਾਂ ਵਾਹਿਗੁਰੂ ਜੀ ਦੇ ਪਿਆਰ 'ਚ, ਉਹ ਬਹੁਤ ਭਾਰੀ ਲਾਹੇਵੰਦ ਹੈ। ਪਰ ਕਿਉਂਕਿ ਸਤ ਸੰਗਤ ਸਾਨੂੰ ਸੁਤੇ ਸਿੱਧ ਮਿਲੀ ਹੋਈ ਹੈ
ਕਿਉਂਕਿ ਅਸੀਂ ਘਰਾਂ 'ਚ ਗੁਰਸਿੱਖ ਘਰਾਣਿਆਂ 'ਚ ਐਵੇਂ ਕਹਿ ਲਓ ਜਿਸ ਮਾਹੌਲ 'ਚ ਜਨਮੇ, ਗੁਰਦੁਆਰੇ ਨੇੜੇ ਸਨ, ਗਏ ਆ ਗਏ, ਜੋ ਸਤ ਸੰਗਤ ਦੀ ਵਡਿਆਈ ਹੈ, ਜੋ ਮਹਾਨਤਾ ਹੈ, ਉਸ ਮਹਾਨਤਾ ਨੂੰ ਅਸੀਂ ਓਨੇ ਵੱਡੇ ਪੱਧਰ ਤੇ ਸਾਰੇ ਜਾਣੇ ਜਾਣ ਨਹੀਂ ਸਕੇ ਜੋ ਇਸ ਦੀ ਮਹਾਨਤਾ ਸੀ। ਔਰ ਸਤਿਗੁਰੂ ਜੀ ਨੇ ਕਿਹਾ ਸੀ ਸੰਗਤ ਤੋਂ ਬਿਨਾਂ ਤੇ ਬਾਣੀ ਤੋਂ ਬਿਨਾਂ ਤੇ ਓਟ ਆਸਰਾ ਹੀ ਕੋਈ ਨਹੀਂ। ਹੁਣ ਸਤਿਗੁਰੂ ਜੀ ਜਿੱਥੇ ਜਾਂਦੇ ਨੇ ਇੱਕੋ ਹੀ ਗੱਲ ਕਹਿੰਦੇ, ਸਤ ਸੰਗਤ ਕਰਿਆ ਕਰੋ। ਮਾਨਸਿਕ ਤੌਰ ਤੇ ਜੇ ਪਰੇਸ਼ਾਨੀਆਂ ਤੋਂ ਬਚਣੇ, ਮਾਨਸਿਕ ਤੌਰ ਤੇ ਜੇ ਉੱਚੇ ਉੱਠਣੇ, ਗੁਣਵਾਨ ਬਣਨੇ, ਉਹਦੇ ਲਈ ਸਭ ਤੋਂ ਵੱਡਾ ਸਥਾਨ ਹੈ ਸਤ ਸੰਗਤ। ਤੇ ਗੁਰਬਾਣੀ ਨੇ ਸਾਨੂੰ ਸਤ ਸੰਗਤ ਵਿੱਚ ਜੁੜਨ ਦੀ ਪ੍ਰੇਰਣਾ ਕੀਤੀ। ਗੁਰੂ ਬਾਬਾ ਜੀ ਦਾ ਇਤਿਹਾਸ ਪੜ੍ਹੀਏ, ਜਿੱਥੇ ਥਾਂ ਥਾਂ ਸਤ ਸੰਗਤ ਦੀ ਗੱਲ ਕੀਤੀ ਹੈ। ਦੇਖੋ, ਜਿਸ ਸਮਾਜ ਵਿੱਚ ਗੁਰਮਤ ਪ੍ਰਕਾਸ਼ ਹੋ ਰਹੀ ਹੈ, ਉਹ ਸਮਾਜ ਇਹੀ ਸੀ, ਕਾਇਰ ਸੀ, ਬੁਜ਼ਦਲ ਸੀ, ਡਿੱਗਿਆ ਹੋਇਆ ਸਮਾਜ ਸੀ, ਜਿਹਦੇ ਪ੍ਰਥਾਏ ਸਤਿਗੁਰੂ ਜੀ ਕਹਿੰਦੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹ ਸਮਾਜ ਦੀ ਹਾਲਤ ਸੀ। ਹਾਲਤ ਅੱਜ ਵੀ ਉਹੀ ਹੈ, ਦੁਨੀਆ ਕਾਰਨ ਦੀਨ ਗਵਾ ਰਹੇ ਆਪਾਂ ਅੱਜ ਵੀ। ਲੇਕਿਨ ਗੁਰੂ ਸਾਹਿਬਾਨ ਨੇ ਸਤ ਸੰਗਤ ਦੇ ਰਾਹੀਂ ਇਹ ਸਮਾਜ ਇੰਨਾ ਡਿਵੈਲਪ ਕਰ ਦਿੱਤਾ, ਇੰਨਾ ਵਧੀਆ ਬਣਾ ਦਿੱਤਾ ਕਿ ਇਸੇ ਸਮਾਜ ਵਿੱਚੋਂ ਬ੍ਰਹਮ ਗਿਆਨੀ ਪੈਦਾ ਹੋਏ, ਪਰਉਪਕਾਰੀ ਪੈਦਾ ਹੋਏ, ਯੋਧੇ ਪੈਦਾ ਹੋਏ, ਸੂਰਮੇ ਪੈਦਾ ਹੋਏ। ਇਕੱਲੇ ਵਿਅਕਤੀ ਨੇ ਸਮਾਜ ਨੂੰ ਬਦਲ ਕੇ ਰੱਖ ਦਿੱਤਾ। ਭਾਈ ਕਨ੍ਹਈਆ ਜੀ ਵਰਗੇ ਪੈਦਾ ਹੋਏ, ਜਿਨ੍ਹਾਂ ਨੂੰ ਸਾਰਿਆਂ 'ਚੋਂ ਰੱਬ ਨਜ਼ਰ ਆ ਰਿਹਾ ਹੈ। ਇਸੇ ਸਮਾਜ 'ਚੋਂ ਬੜੇ ਬੜੇ ਮਹਾਨ ਯੋਧੇ ਪੈਦਾ ਹੋਏ। ਉਹ ਸਤ ਸੰਗਤ ਦੀ ਕਰਾਮਾਤ ਹੈ। ਜਦੋਂ ਵੀ ਤੁਸੀਂ ਜ਼ਿੰਦਗੀ 'ਚ ਉੱਚੇ ਉੱਠਣਾ ਅਧਿਆਤਮਕ ਪੱਖ ਤੋਂ, ਉਹਦੇ ਲਈ ਸਭ ਤੋਂ ਮਹਾਨ ਅਸਥਾਨ ਹੈ ਸਤ ਸੰਗਤ। ਇਹ ਤੋਂ ਵਧੀਆ ਕੋਈ ਥਾਂ ਨਹੀਂ ਹੈ। ਔਰ ਗੁਰਬਾਣੀ ਕਹਿੰਦੀ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਸਭ ਤੋਂ ਉੱਤਮ ਥਾਨ ਹੈ ਅਕਾਲ ਮੂਰਤ ਹੈ ਸਾਧ ਸੰਗਤ ਕੀ, ਠਾਹਰ ਨੀਕੀ ਧਿਆਨ ਕੋ। ਠਾਹਰ ਦਾ ਅਰਥ ਹੁੰਦਾ ਟਿਕਾਣਾ। ਧਿਆਨ ਜੋੜਨ ਦੇ ਲਈ ਸਭ ਤੋਂ ਵਧੀਆ ਜਿਹੜੀ ਠਾਹਰ ਹੈ ਉਹ ਹੈ ਸਾਧ ਸੰਗਤ, ਵਾਹਿਗੁਰੂ ਜੀ ਦੇ ਪਿਆਰ ਜੁੜਨ ਦੇ ਲਈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਿਹੜੇ ਸਤ ਸੰਗਤ ਨਾਲ ਜੁੜ ਗਏ ਉਹ ਤਰ ਗਏ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ ਠਰਿਆ। ਜਿਹੜੇ ਸਤ ਸੰਗਤ ਨਾਲ ਮਿਲ ਗਏ ਤਾਂ ਜਿਨ੍ਹਾਂ ਦੀ ਸੁਰਤ ਸਤ ਨਾਲ ਜੁੜ ਗਈ। ਨਹੀਂ ਤਾਂ ਮੇਰੇ ਵਰਗੇ ਉਦਾਂ ਵੀ ਆਉਂਦੇ ਨੇ, ਆਏ ਮੱਥਾ ਟੇਕਿਆ ਚਲੇ ਗਏ, ਘੜੀ ਬੈਠੇ ਚਲੇ ਗਏ, ਬੋਲ ਕੇ ਚਲੇ ਗਏ, ਪਰ ਸੁਰਤ ਜਿੰਨਾ ਚਿਰ ਨਹੀਂ ਜੁੜਦੀ। ਜਿਨ੍ਹਾਂ ਦੀ ਸੁਰਤ ਜੁੜ ਗਈ ਉਹ ਤਰ ਗਏ, ਦੁੱਖਾਂ ਤੋਂ ਪਾਰ ਉਤਰ ਗਏ, ਚਿੰਤਾਵਾਂ ਤੋਂ ਪਾਰ ਉਤਰ ਗਏ। ਉਹਨਾਂ ਦੀ ਸੁਰਤ ਪ੍ਰਮਾਤਮਾ ਦੇ ਪਿਆਰ ਜੁੜ ਗਈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਜਨਮ ਪਦਾਰਥ ਗੁਰਮੁਖ ਜੀਤਿਆ, ਬਹੁਰ ਨ ਜੂਵੇ ਹਾਰ। ਉਹਨਾਂ ਨੇ ਗੁਰੂ ਦੀ ਹਜ਼ੂਰੀ 'ਚ ਆ ਕੇ ਨਾ ਆਪਣੀ ਜ਼ਿੰਦਗੀ ਦੇ ਪਦਾਰਥ ਨੂੰ ਜਿੱਤ ਲਿਆ। ਭਾਵ ਜਿਸ ਕੰਮ ਲਈ ਇਹ ਜ਼ਿੰਦਗੀ ਮਿਲੀ ਹੈ, ਉਸ ਕੰਮ ਵਿੱਚ ਸਫਲਤਾ ਪ੍ਰਾਪਤ ਕਰ ਲਈ, ਉਸ ਕੰਮ ਵਿੱਚ ਉਹਨਾਂ ਨੂੰ ਕਾਮਯਾਬੀ ਮਿਲ ਗਈ। ਆਠ ਪਹਿਰ ਪ੍ਰਭ ਕੇ ਗੁਣ ਗਾਵਹਿ, ਪੂਰਨ ਸ਼ਬਦ ਵਿਚਾਰ। ਧੰਨ ਗੁਰੂ ਅਰਜਨ ਸਾਹਿਬ ਜੀ ਸਾਨੂੰ ਵੀ ਕਹਿੰਦੇ, ਆਓ ਪਿਆਰਿਓ ਸਾਰੇ ਮਿਲ ਕੇ ਆਪਾਂ ਅੱਠੇ ਪੈਰ ਉਸ ਪਰਮਾਤਮਾ ਦੇ ਗੁਣ ਗਾਇਆ ਕਰੀਏ। ਪੂਰਨ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਇਆ ਕਰੀਏ। ਸਤਿਗੁਰੂ ਜੀ ਨੇ ਇੱਕ ਗੱਲ ਕੀ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਭਾਈ ਸਾਰੇ ਜਾਣੇ ਸ਼ਬਦ ਸਿੱਖੋ, ਬਾਣੀ ਨਾਲ ਜੁੜੋ, ਬਾਣੀ ਪੜ੍ਹਿਆ ਕਰੋ, ਬਾਣੀ ਨੂੰ ਵਿਚਾਰਿਆ ਕਰੋ। ਸਿੱਖੋ ਦਾ ਅਰਥ ਹੈ ਕਿ ਲਰਨ ਕਰੋ, ਸਿੱਖੋ। ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸਤਿਗੁਰੂ ਜੀ ਕਹਿੰਦੇ ਪਿਆਰਿਓ ਗੁਰਬਾਣੀ ਸਿੱਖੋ, ਬਾਣੀ ਨਾਲ ਜੁੜੋ, ਆਪਣੀ ਸੁਰਤ ਬਾਣੀ 'ਚ ਜੋੜੋ, ਬਾਣੀ ਪੜ੍ਹਿਆ ਕਰੋ, ਬਾਣੀ ਵਿਚਾਰਿਆ ਕਰੋ, ਬਾਣੀ ਸੁਣਿਆ ਕਰੋ। ਇਹ ਬਾਣੀ ਤਾਂ ਸਾਡੀ ਜ਼ਿੰਦਗੀ ਦੀ ਟੇਕ ਹੈ। ਜਨਮ ਮਰਨ ਦੀ ਟੇਕ ਦਾ ਅਰਥ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਡੀ ਜ਼ਿੰਦਗੀ ਦਾ ਆਸਰਾ ਗੁਰਬਾਣੀ ਹੈ। ਜੋ ਚਾਹੋਗੇ ਗੁਰਬਾਣੀ 'ਚੋਂ ਮਿਲ ਜਾਏਗਾ। ਇਹ ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਓਟ ਹੈ, ਆਸਰਾ ਹੈ। ਗੁਰਸਿੱਖ ਨੂੰ ਕਿਸੇ ਪਖੰਡ ਦੇ ਅੱਡੇ ਤੇ ਜਾਣ ਦੀ ਲੋੜ ਨਹੀਂ ਹੈ। ਗੁਰਸਿੱਖ ਨੂੰ ਕਿਸੇ ਮਨੁੱਖ ਦੀ ਮੁਤਾਜ਼ਗੀ ਕਰਨ ਦੀ ਲੋੜ ਨਹੀਂ ਹੈ। ਗੁਰਸਿੱਖ ਨੂੰ ਕਿਸੇ ਕਬਰਾਂ ਤੇ, ਪੀਰਾਂ ਫਕੀਰਾਂ ਤੇ, ਜੰਤਰਾਂ ਮੰਤਰਾਂ ਤੇ ਹੱਥ ਵੇਖਣ ਵਾਲਿਆਂ ਕੋਲ, ਸਿਆਣਿਆਂ ਕੋਲ, ਇਹੋ ਜਿਹਿਆਂ ਕੋਲ ਜਿਹੜੇ ਪੁੱਛਾਂ ਦੱਸਾਂ ਕਰਦੇ ਨੇ ਜਾਣ ਦੀ ਲੋੜ ਨਹੀਂ ਹੈ। ਕਿ ਗੁਰਸਿੱਖ ਦੇ ਕੋਲ ਏਡਾ ਵੱਡਾ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਭਾਈ ਨਿਹਾਲ ਸਿੰਘ ਜੀ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ कि काहू को परोसो जमीन को जमाने बीच, काहू को परोसो जोर चाह करी जहाज पह।
ਕਿਸੇ ਨੂੰ ਇਹ ਭਰੋਸਾ ਹੋਏਗਾ ਕਿ ਮੇਰੀ ਜ਼ਮੀਨ ਬੜੀ ਹੈ, ਕਿਸੇ ਨੂੰ ਭਰੋਸਾ ਹੋਏਗਾ ਕਿ ਮੇਰੀ ਨੌਕਰੀ ਬੜੀ ਤਗੜੀ ਹੈ, ਸਰਕਾਰੀ ਨੌਕਰੀ ਹੈ, ਪੈਸੇ ਵਜੇ ਆਉਂਦੇ ਨੇ, ਕਿਸੇ ਨੂੰ ਭਰੋਸਾ ਹੋਏਗਾ ਮੇਰੇ ਜਹਾਜ਼ ਚੱਲਦੇ ਨੇ, ਮੇਰੇ 'ਚ ਬੜਾ ਤਗੜਾ ਜ਼ੋਰ ਹੈ, ਮੈਂ ਬੜਾ ਤਾਕਤਵਰ ਹਾਂ। किसी को परासो, भाई साहब जी कहते कि किसी को परासो दे पास डागरी पास ही पै, किसी को भरोसो संत गिरी की मजाज पै। किसी को भरोसा होएगा कि मैं किसी बड़े बड़े संत कोल जांदा हाँ, जां बड़ा तगड़ा मैं संत हाँ, जां मैं बड़ा विद्वान हाँ, बड़ा बोली दा माहिर हाँ, होर कईयां नूं भरोसे होणगे। पर भाई साहब जी कहते मोको तो भरोसो एक ग्रंथ महाराज पै, मैनू तो गुरु ग्रंथ साहिब जी का भरोसा है। गुरु ग्रंथ साहिब जी की पवित्र बाणी की वडियाई करते हैं। मानयोग भाई साहब भाई गुरदास जी ने कहा सी, दुनिया के लोगों जिमें जैसे सागर विखे समुद्र विच जिमें सारे पदार्थ भरे होंदे ने, जैसे तो सगल निध पूर्ण समुद्र विखे हंस मरजीवा निश्चय प्रसाद पावे। समुद्र च बड़े पदार्थ ने, पर जिहड़ा मरजिउड़े हुंदे ने, टुब्बी गोताखोर हुंदे ने, जां जिहड़े हंस हुंदे ने, वो समुद्र दे विचों मोती लभ लैंदे ने। वो बड़े बड़े कीमती मोती समुद्र दे विचों लभ लैंदे ने। जिहड़े हंस ने वो समुद्र चों मोती लभ लैंदे ने, मरजिउड़े समुद्र चों लभ लैंदे ने। सिपियां कित्थे जाके लभ लैंदे जिन्हां च मोती हुंदे ने, समुद्र दी डंगाई चों लभ लैंदे ने। जैसे पर्वत विखे हीरा माणक पारस सिद्ध खन खन वारा जग विखे प्रगटावे। पर्वत दियां तहां दे विच बहुत खनिज पदार्थ ने, पर जिहड़े पर्वत नूं पुटदे ने, खाना पुटदे ने, वो लभ लैंदे ने। कोई लोहा लभ लैंदा है, कोई सोना लभ लैंदा है, ये पहाड़ां चों ही लभदा है सब कुछ। खन खन वारा जग विखे प्रगटावे। खान पुटण वाले जिहड़े ने वो ये पदार्थ लभ के लोकां तक पहुंचा दिंदे ने। जैसे बन विखे मलियागर शोधा कपूर, जिवें जंगल दे विच अगर हुंदा है, चंदन हुंदा है, कपूर वर्गे इहो जिहे दरखत हुंदे ने, पर सोध के सुवासी जग विखे बेहसावी। जिहड़े उत्थे तक पहुंचण वाले ने वो लोकां तक पहुंचा दिंदे ने। कहंदे तैसे गुरबाणी विखे सगल पदार्थ है। दुनिया दे लोको गुरबाणी च सारे पदार्थ ने। जोई जोई खोजे सोई सोई निप जावे। जिहड़ा खोजेगा उहनूं मिलणगे, जिहड़ा यतन करेगा उहनूं मिलणगे। गुरबाणी नूं पढ़ांगे सानू ज्ञान प्राप्त होएगा। देखो कोई बाणी पढ़ गया सानू की मिलिया, जां ते इस नूं प्यार नाल सुनांगे ते गल वखरी है। हुण असीं ते कहने पैसे दे के पाठ करा लो, शायद इहदे नाल कम रास आ जाण। ये वावा सोहना एक किता जिहा चलिया होया साडे धर्म च भी। ये मार्ग साडा नहीं सी, लेकिन असीं देखा देखी अपना लिया। ਅਸੀਂ ਕਹਿੰਦੇ ਹੁਣ ਮਹਿੰਗਾ, ਬਹੁਤ ਮਹਿੰਗੇ ਪੈਸੇ ਦੇ ਕੇ ਨਾ, ਜ਼ਿਆਦਾ ਪੈਸੇ ਦੇ ਕੇ ਪਾਠ ਕਰੋ, ਸੇ ਜ਼ਿਆਦਾ ਹੀ ਉਹਦਾ ਕੁਪਨ ਲੱਗੇਗਾ। ਉਹ ਵੀ ਕਰਾਉਣ ਲੱਗ ਪਏ ਆਪਾਂ। ਉਹ ਵੀ ਸੋਹਣੇ ਅੱਡੇ ਚੱਲ ਰਹੇ ਨੇ, ਮਹਿੰਗੇ ਮਹਿੰਗੇ ਪਾਠਾਂ ਵਾਲੇ, ਲੱਖ ਲੱਖ ਰੁਪਏ ਪਾਠਾਂ ਦੀ ਕੀਮਤ ਰੱਖ ਦਿੱਤੀ ਅਗਲੇ ਨੇ। ਸੋਹਣਾ ਕੰਮ ਚੱਲ ਰਿਹਾ। ਗੁਰਬਾਣੀ ਇਸ ਲਈ ਨਹੀਂ ਸੀ। ਗੁਰਬਾਣੀ ਪੜ੍ਹਨ ਦੇ ਲਈ, ਗੁਰਬਾਣੀ ਵਿਚਾਰਨ ਦੇ ਲਈ, ਗੁਰਬਾਣੀ ਜਿਉਣ ਦੇ ਲਈ ਸੀ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਲੋਕੋ ਗੁਰਬਾਣੀ 'ਚ ਸਾਰੇ ਪਦਾਰਥ ਨੇ, ਜਿਹੜਾ ਖੋਜੇਗਾ ਉਹਨੂੰ ਮਿਲਣਗੇ। ਤੇ ਹੁਣ ਜਿਹੜਾ ਖੋਜੇਗਾ ਉਹੀ ਇਹਦਾ ਆਨੰਦ ਮਾਣੇਗਾ ਨਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਿੱਖੋ ਹੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਉਹ ਭਾਈ ਪਿਆਰਿਓ ਗੁਰਬਾਣੀ ਸਿੱਖੋ, ਸ਼ਬਦ ਸਿੱਖੋ, ਸ਼ਬਦ ਨਾਲ ਜੁੜੋ। ਇਹ ਸ਼ਬਦ ਸਾਡੇ ਜੀਵਨ ਮਰਨ ਦਾ ਆਸਰਾ ਹੈ। ਜੇ ਸ਼ਬਦ ਨਾਲ ਜੁੜੋਗੇ ਇੱਥੇ ਤੁਹਾਡਾ ਮੁਖ ਉਜਲਾ ਹੋਏਗਾ। ਹੁਣ ਜਿਹੜਾ ਸ਼ਬਦ ਅਨੁਸਾਰ ਜ਼ਿੰਦਗੀ ਬਤੀਤ ਕਰਿਓ ਪਰਉਪਕਾਰੀ ਹੋਏਗਾ, ਉਹ ਦਿਆਲੂ ਹੋਏਗਾ, ਸੰਤੋਖ ਜੀਏਗਾ, ਉਹ ਸਰਬੱਤ ਦਾ ਭਲਾ ਮੰਗੇਗਾ, ਉਹਦਾ ਤੇ ਮੁਖ ਆਪੇ ਉਜਲ ਹੋਏਗਾ। ਅਸੀਂ थोड़ा भी गुरबाणी की रोशनी चलीए ना, थोड़ा भी, तो दुनिया च अपने आप ही जस मिलना शुरू हो जाए। साढ़े अंदर सत, संतोख, दया, धर्म, ये रब्बी गुण आने शुरू हो जाए। दुनिया ते सच्चे मार्ग चलदे उस्तत करे जहान। सच दे मार्ग चलने वाले दी सारी दुनिया उस्तत करती है। इस करके सतगुरु जी कहते बाणी सिखो, बाणी नाल जुड़ो, बाणी पढ़ो। इधर उधर भटकन की लोड़ नहीं है। सिख कहना जी बाणी बड़ी औखी पढ़नी। हैरानी की गल है कि पंजाब की धरती ते जमिया कोई प्राणी जिन्हें पंजाबी बोली बचपन तो सीखी होए, पढ़ी, वो कहे जी बाणी बड़ी औखी पढ़नी। इस वड्डी हैरानी की हो सकती है। हालांकि गोरियां नूं औखी नहीं लगती, वो तो पढ़ी जाते हैं, विचारी जाते हैं। सानू औखी लगती, उसका कारण कि असीं पढ़ना ही नहीं चाहते। असीं जिहड़ा काम करना चाहुंदे औखा नहीं लगता हुंदा। जिहड़ा करना चाहुंदे आ वो औखा नहीं लगता।
ਹੁਣੇ ਕੋਈ ਬੰਦਾ ਕਹੇ ਕਿ ਅਮਰੀਕਾ ਜਾਣਾ ਹੈ, ਤੇ ਆਪਾਂ ਦੇਖਦੇ 25-25 30-30 ਲੱਖ ਰੁਪਈਆ ਏਜੰਟਾਂ ਨੂੰ ਦੇਖ ਕੇ ਮੈਕਸੀਕੋ ਦੇ ਬਾਰਡਰ ਪਾਰ ਕਰਕੇ ਬੰਦੇ ਪਾਰ ਚਲੇ ਜਾਂਦੇ ਮੌਤ ਦੇ ਮੂੰਹ ਚੋਂ। ਕੋਈ ਔਖਾ ਨਹੀਂ ਲੱਗਦਾ ਉਹਨਾਂ ਨੂੰ, ਕਿਉਂਕਿ ਜਾਣਾ ਚਾਹੁੰਦੇ ਨੇ। ਉਹ ਰਿਸਕ ਲੈ ਕੇ ਵੀ ਪਹੁੰਚਦੇ ਨੇ। ਤੇ ਜੇ ਕਹੋ ਬਾਣੀ ਪੜਨਾ, ਜੀ ਨਾ ਬਾਬਾ ਜੀ ਬਾਣੀ ਨਹੀਂ ਪੜ੍ਹੀ ਜਾਂਦੀ। ਬਾਣੀ ਪੜ੍ਹਨੀ ਬੜੀ ਔਖੀ ਹੈ। ਬਾਣੀ ਪੜ੍ਹਨੀ ਕਿਉਂ ਔਖੀ ਹੈ ਕਿ ਗੁਰਬਾਣੀ ਮਨ ਮਤ ਤੋਂ ਵਰਜਦੀ ਹੈ। ਇਹ ਨਹੀਂ ਕਿ ਬਾਣੀ ਉਹ ਪੜ੍ਹ ਨਹੀਂ ਸਕਦੇ, ਪੜ੍ਹ ਸਕਦੇ ਨੇ, ਸਮਝਦੇ ਵੀ ਨੇ। ਬਾਣੀ ਬੁਰਾਈਆਂ ਤੋਂ ਰੋਕਦੀ ਹੈ, ਬਾਣੀ ਔਗਣਾਂ ਤੋਂ ਰੋਕਦੀ ਹੈ। ਘਰ 'ਚ ਕੋਈ ਸਿਆਣਾ ਬੰਦਾ ਹੋਏ ਨਾ, ਉਹ ਮਾੜੇ ਪਾਸੇ ਤੋਂ ਰੋਕੇ ਤੇ ਨਿਆਣਿਆਂ ਨੂੰ ਉਹ ਵੀ ਨਹੀਂ ਚੰਗਾ ਲੱਗਦਾ। ਕਹਿੰਦੇ ਐਵੇਂ ਬਾਪੂ ਰੌਲਾ ਹੀ ਪਾਈ ਚਲਿਆ ਜਾਂਦਾ, ਇਹ ਤਾਂ ਸਾਨੂੰ ਕਾਰਨ ਹੀ ਕੁਝ ਨਹੀਂ ਦਿੰਦਾ, ਉਹ ਵੀ ਚੰਗਾ ਨਹੀਂ ਲੱਗਦਾ। ਤੇ ਬਾਣੀ ਕਿੱਥੋਂ ਚੰਗੀ ਲੱਗੇਗੀ? ਕਿਉਂਕਿ ਬਾਣੀ ਔਗਣਾਂ ਤੋਂ ਰੋਕਦੀ, ਬੁਰਾਈਆਂ ਤੋਂ ਰੋਕਦੀ, ਮਨਮਤ ਤੋਂ ਰੋਕਦੀ, ਹੰਕਾਰ ਤੋਂ ਰੋਕਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਓ ਜਨਮ ਪਦਾਰਥ ਆਠ ਪਹਿਰ ਪ੍ਰਭ ਕੇ ਗੁਣ ਗਾਵੇਂ ਪੂਰਨ ਸ਼ਬਦ ਵਿਚਾਰ। ਇਹ ਆਪਾਂ ਗੁਰੂ ਕੇ ਸ਼ਬਦ ਦੇ ਰਾਹੀਂ, ਉਹ ਜੋ ਪਰਮ ਪਿਤਾ ਪਰਮਾਤਮਾ ਹੈ ਨਾ, ਆਪਾਂ ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ ਉਹਦੇ ਗੁਣ ਗਾਇਆ ਕਰੀਏ, ਉਹਦੀ ਕੀਰਤੀ ਕਰਿਆ ਕਰੀਏ, ਉਹਦੇ ਪਿਆਰ 'ਚ ਜੁੜੀਏ। ਜੇ ਅਸੀਂ ਵੀ ਉਹਦੇ ਪਿਆਰ ਜੁੜਾਂਗੇ, ਅਸੀਂ ਜਨਮ ਪਦਾਰਥ ਨੂੰ ਜਿੱਤ ਲਵਾਂਗੇ, ਅਸੀਂ ਜ਼ਿੰਦਗੀ ਦੀ ਬਾਜੀ ਹਾਰ ਕੇ ਨਹੀਂ ਜਾਵਾਂਗੇ। ਨਾਨਕ ਦਾਸਨ ਦਾਸ ਜਨ ਤੇਰਾ ਪੁਨః ਪੁਨః ਨਮਸਕਾਰ। ਸਤਿਗੁਰੂ ਜੀ ਕਹਿੰਦੇ ਹੇ ਪ੍ਰਮਾਤਮਾ ਜੀ, ਇਹ ਨਾਨਕ ਦਾਸ ਤੁਹਾਡਾ ਹੈ, ਤੁਹਾਡੇ ਚਰਨਾਂ 'ਚ ਪੁਨઃ ਪੁਨঃ ਰੱਖ ਕੇ ਵਾਰੰਵਾਰ ਨਮਸਕਾਰ ਕਰਦਾ ਹੈ, ਬੇਨਤੀ ਕਰਦਾ ਹੈ, ਮੈਂ ਆਪਣੀ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਜਾਵਾਂ। ਸਤਿਗੁਰੂ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਹਰ ਕੁਟਲ ਤੱਕ ਕਾਟੀ ਕੁਠਾਰ, ਕਿ ਵਾਹਿਗੁਰੂ ਜੀ ਦੇ ਨਾਮ ਦੇ ਕੁਹਾੜੇ ਦੇ ਨਾਲ ਹਰ ਕਾਟੀ ਕੁਟਲਤਾ ਕੁਠਾਰ। ਮੇਰੇ ਅੰਦਰ ਜਿਹੜੀ ਕੁਟਲਤਾ ਸੀ, ਖੋਟੀ ਮੱਤ, ਐਵੇਂ ਵਿੰਗੀਆਂ ਟੇਢੀਆਂ ਚਾਲਾਂ ਚੱਲਣ ਵਾਲੀ ਮੱਤ, ਉਹ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਐਵੇਂ ਖਤਮ ਹੋ ਗਈ ਜਿਵੇਂ ਕੁਹਾੜੇ ਨਾਲ ਲੱਕੜਾਂ ਨਹੀਂ ਕੱਢ ਦਿੱਤੀਆਂ ਜਾਂਦੀਆਂ। ਮੇਰੇ ਅੰਦਰ ਉਹ ਕੁਟਲਤਾ ਕੱਟੀ ਗਈ। ਮੇਰੇ ਅੰਦਰ ਜਿਹੜੇ ਅਨੇਕ ਤਰ੍ਹਾਂ ਦੇ ਵਹਿਮ ਭਰਮ ਸਨ, ਅਗਿਆਨਤਾ ਸੀ ਨਾ, ਉਹ ਭਰਮ ਦੇ ਜੰਗਲ ਨਾਮ ਦੇ ਰਾਹੀਂ ਦਗਦ ਹੋ ਗਏ, ਖਤਮ ਹੋ ਗਏ। ਮੇਰੇ ਅੰਦਰ ਜਿਹੜੀ ਕਾਮ ਕ੍ਰੋਧ ਨਿੰਦਾ ਔਗਣ ਬੁਰਾਈਆਂ ਸਨ, ਜਦੋਂ ਮੈਂ ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆ, ਉਹ ਸਭ ਕੁਝ ਮੇਰੇ ਅੰਦਰੋਂ ਮਿਟ ਗਏ। ਜਦੋਂ ਮੈਂ ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਿਆ, ਸਤਿਗੁਰੂ ਜੀ ਕਹਿੰਦੇ ਮੈਂ ਤੇ ਜ਼ਿੰਦਗੀ ਨੂੰ ਜਿੱਤ ਲਿਆ। ਜ਼ਿੰਦਗੀ ਹਾਰਦਾ ਮੈਂ ਉਦੋਂ ਸੀ ਜਦੋਂ ਕੁਟਲਤਾ ਵਿੱਚ ਸੀ। ਜ਼ਿੰਦਗੀ ਹਾਰਦਾ ਮੈਂ ਉਦੋਂ ਸੀ ਜਦੋਂ ਮੇਰੇ ਅੰਦਰ ਕ੍ਰੋਧ ਸੀ, ਵਿਕਾਰ ਸਨ, ਔਗਣ ਸਨ, ਬੁਰਾਈਆਂ ਸਨ। ਜਿੰਨਾ ਅਸੀਂ ਅੰਦਰੋਂ ਔਗਣਾਂ ਨਾਲ ਜੁੜਦੇ ਜਾਂਦੇ ਹਾਂ, ਉਹਨਾਂ ਅਸੀਂ ਮਨੁੱਖਤਾ ਵੱਲੋਂ ਮਰਦੇ ਚਲੇ ਜਾਂਦੇ। ਸਾਡੇ 'ਚੋਂ ਇਨਸਾਨੀਅਤ ਮੁਕਤੀ ਚਲੀ ਜਾਂਦੀ ਹੈ। ਜਿਉਂ-ਜਿਉਂ ਬੇਈਮਾਨ ਬਣਦੇ ਜਾਈਏ, ਜਿਉਂ-ਜਿਉਂ ਅਸੀਂ ਹੇਰਾ ਫੇਰੀਆਂ 'ਚ ਮਾਹਿਰ ਹੁੰਦੇ ਜਾਈਏ, ਅਕਸਰ ਆਪਾਂ ਕਹਿੰਦੇ ਇਹ ਬੰਦੇ ਦੇ ਅੰਦਰ ਤਾਂ ਮਨੁੱਖਤਾ ਹੈ ਹੀ ਨਹੀਂ, ਇੰਨਾ ਬੇਈਮਾਨ ਹੈ, ਇਹਦੇ ਅੰਦਰ ਤਾਂ ਇਨਸਾਨੀਅਤ ਹੀ ਨਹੀਂ, ਮਰਿਆ ਪਿਆ ਬੰਦਾ, ਇਹਦੀ ਤਾਂ ਜ਼ਮੀਰ ਹੀ ਨਹੀਂ ਹੈ, ਝੂਠ ਬੋਲਦਾ ਹੈ, ਠੱਗੀਆਂ ਕਰਦਾ ਹੈ, ਚੋਰੀਆਂ ਕਰਦਾ ਹੈ। ਆਪਾਂ ਕਹਿੰਦੇ ਇਹਦੇ ਅੰਦਰੋਂ ਇਨਸਾਨੀਅਤ ਮਰ ਗਈ ਹੈ। ਜਿੰਨਾ ਔਗਣ ਆਉਣਗੇ ਉਹਨਾਂ ਅੰਦਰੋਂ ਅਸੀਂ ਮਰਦੇ ਚਲੇ ਜਾਵਾਂਗੇ। ਜਿੰਨਾ ਅੰਦਰ ਗੁਰਬਾਣੀ ਦਾ ਪਿਆਰ, ਪ੍ਰਮਾਤਮਾ ਦਾ ਪਿਆਰ ਆਏਗਾ, ਉਹਨਾਂ ਅਸੀਂ ਜਿਉਂਦੇ ਹੁੰਦੇ ਜਾਵਾਂਗੇ। ਅੰਦਰ ਸਾਡੇ ਧਰਮ ਆਏਗਾ, ਸੰਤੋਖ ਆਏਗਾ, ਸਹਿਜ ਆਏਗਾ, ਪਿਆਰ ਆਏਗਾ, ਹਲੀਮੀ ਆਏਗੀ, ਦਇਆ ਆਏਗੀ, ਸਹਿਣਸ਼ੀਲਤਾ ਆਏਗੀ, ਦ੍ਰਿੜਤਾ ਆਏਗੀ। ਜਿੰਨੇ ਇਹ ਗੁਣ ਨੇ ਉਹਨਾਂ ਬੰਦਾ ਜਿਉਂਦਾ ਹੈ, ਉਹ ਜ਼ਿੰਦਗੀ ਨੂੰ ਜਿਉ ਕੇ ਮਾਣਦਾ ਹੈ, ਆਨੰਦ ਮਾਣਦਾ ਹੈ ਜ਼ਿੰਦਗੀ। ਜਿਹਦੇ ਅੰਦਰ ਦ੍ਰਿੜਤਾ ਹੋਏ, ਜਿਹਦੇ ਅੰਦਰ ਦਲੇਰੀ ਹੋਏ, ਜਿਹਦੇ ਅੰਦਰ ਨਿਰਭੈਤਾ ਹੋਵੇ, ਜਿਹਦੇ ਅੰਦਰੋਂ ਨਿਰਵੈਰਤਾ ਹੋਏ, ਉਹ ਬੰਦਾ ਜ਼ਿੰਦਗੀ ਦੇ ਰਸ ਨੂੰ ਮਾਣਦਾ ਹੈ, ਆਨੰਦ ਨੂੰ ਮਾਣਦਾ ਹੈ। ਤੇ ਮੇਰੇ ਵਰਗਾ ਐਵੇਂ ਈਰਖਾ ਨਾਲ ਹੀ ਸੜੀ ਜਾਏਗਾ, ਅੰਦਰੋਂ ਅੰਦਰੀ ਆਪਣੇ ਕੰਢੇ ਲੂਹੀ ਚਲੇ ਜਾਏਗਾ। ਉਹ ਜ਼ਿੰਦਗੀ ਜੀਉਣ ਦਾ ਕੋਈ ਢੰਗ ਹੈ ਕਿ ਈਰਖਾ 'ਚ, ਨਿੰਦਾ 'ਚ, ਚੁਗਲੀ 'ਚ, ਵੈਰ ਵਿਰੋਧ 'ਚ ਆਪਣੇ ਆਪ ਨੂੰ ਸਾੜੀ ਚਲੇ ਜਾਣਾ, ਖਤਮ ਕਰੀ ਚਲੇ ਜਾਣਾ। ਸਤਿਗੁਰੂ ਜੀ ਕਹਿੰਦੇ ਉਦੋਂ ਮੈਂ ਜ਼ਿੰਦਗੀ ਜਿੱਤ ਲਈ ਜਦੋਂ ਗੁਰੂ ਰਾਹੀਂ ਕ੍ਰੋਧ ਤੋਂ, ਨਿੰਦਾ ਤੋਂ, ਬੁਰਾਈਆਂ ਤੋਂ, ਕੁਟਲਤਾ ਤੋਂ ਉੱਚੇ ਉੱਠੇ। ਇਹ ਜ਼ਿੰਦਗੀ ਦੇ ਪਦਾਰਥ ਨੂੰ ਜਿੱਤਣ ਦਾ ਅਰਥ ਕਿ ਜ਼ਿੰਦਗੀ ਦਾ ਆਨੰਦ ਮਾਣ ਲਿਆ। ਜ਼ਿੰਦਗੀ ਸਾਰਿਆਂ ਨੂੰ ਮਿਲੀ ਹੈ। ਕਿਸੇ ਨੂੰ ਕਿੰਨੇ ਸਾਲ, ਕਿਸੇ ਨੂੰ ਕਿੰਨੇ ਸਾਲ, ਜ਼ਿੰਦਗੀ ਜਨਮ ਤੇ ਮਰਨ ਦੇ ਵਿਚਕਾਰਲੇ ਸਮੇਂ ਨੂੰ ਆਪਾਂ ਕਹਿੰਦੇ ਹਾਂ, ਮਿਲੀ ਸਾਰਿਆਂ ਨੂੰ ਹੈ, ਪਰ ਜ਼ਿੰਦਗੀ ਨੂੰ ਸਾਰੇ ਮਾਣਦੇ ਨਹੀਂ ਹੈ। ਜ਼ਿੰਦਗੀ ਨੂੰ ਗਵਾ ਕੇ ਤੇ ਸਾਰੇ ਜਾਂਦੇ ਨੇ, ਜ਼ਿੰਦਗੀ ਅੰਦਰ ਦੁਖੀ ਹੋ ਕੇ ਤੇ ਸਾਰੇ ਜਾਂਦੇ ਨੇ। ਦੇਖੋ ਨਾ, ਅਕਸਰ ਬੰਦਾ ਕਹਿੰਦਾ ਜੀ ਇਹ ਜ਼ਿੰਦਗੀ ਤੋਂ ਦੁਖੀ ਬੜੇ ਆ, ਬੜੇ ਦੁੱਖ ਨੇ ਜ਼ਿੰਦਗੀ ਦੇ ਅੰਦਰ। ਜ਼ਿੰਦਗੀ ਦੁੱਖਾਂ ਦਾ ਕਾਰਨ ਨਹੀਂ ਹੈ, ਦੁੱਖਾਂ ਦਾ ਕਾਰਨ ਤੇ ਸਾਡੀਆਂ ਆਦਤਾਂ ਨੇ, ਬੁਰਾਈਆਂ ਨੇ। ਹੁਣ ਇਹੀ ਜ਼ਿੰਦਗੀ ਸੁੱਖਾਂ ਦਾ ਕਾਰਨ ਬਣ ਜਾਂਦੀ ਹੈ ਜਦੋਂ ਸਾਡੀਆਂ ਬੁਰੀਆਂ ਆਦਤਾਂ ਖਤਮ ਹੋ ਜਾਂਦੀਆਂ ਨੇ, ਜਦੋਂ ਸਾਡੀਆਂ ਪੁਰਾਣੀਆਂ ਖੋਟੀਆਂ ਆਦਤਾਂ ਖਤਮ ਹੋ ਜਾਂਦੀਆਂ ਨੇ, ਜ਼ਿੰਦਗੀ ਆਨੰਦ ਦਾ ਘਰ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਰਾਹੀਂ ਆਓ ਆਪਾਂ ਮਿਲ ਕੇ ਪ੍ਰਮਾਤਮਾ ਦੇ ਗੁਣ ਗਾਈਏ, ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ ਪ੍ਰਮਾਤਮਾ ਦੀ ਕੀਰਤੀ ਕਰੀਏ। ਕਿਉਂਕਿ ਜਿਉਂ-ਜਿਉਂ ਕੀਰਤੀ ਕਰਾਂਗੇ
ਸਾਡੇ ਅੰਦਰ ਸਹਿਜ ਆਏਗਾ, ਸਾਡੇ ਅੰਦਰ ਸਰਲਤਾ ਆਏਗੀ, ਸਾਡੇ ਅੰਦਰ ਨਿਰਵੈਰਤਾ ਆਏਗੀ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਉਹ ਗੁਣ ਸਾਡੇ ਅੰਦਰ ਵੀ ਆਈ ਚਲੇ ਜਾਣਗੇ। ਜਿਸ ਚੀਜ਼ ਨਾਲ ਜੁੜਾਂਗੇ ਨਾ ਉਹੋ ਜਿਹੇ ਬਣਦੇ ਜਾਵਾਂਗੇ। ਮਾਇਆ ਨਾਲ ਜੁੜੇ ਅਸੀਂ ਮਾਇਆ ਵਰਗੇ ਬਣ ਗਏ, ਮਾਇਆ ਚੰਚਲ ਹੈ ਅਸੀਂ ਵੀ ਚੰਚਲ ਬਣ ਗਏ, ਮਾਇਆ ਥਿਰ ਨਹੀਂ ਅਸੀਂ ਵੀ ਥਿਰ ਨਹੀਂ, ਅਸੀਂ ਵੀ ਭਟਕਦੇ ਰਹਿੰਦੇ ਹਰ ਵੇਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੇ ਜੁੜਨਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਸ ਪਰਮਾਤਮਾ ਦੇ ਗੁਣ ਗਾਇਆ ਕਰੋ, ਪਰਮਾਤਮਾ ਦੀ ਕੀਰਤੀ ਕਰਿਓ। ਗੁਰਮਤਿ ਨੇ ਜ਼ਿੰਦਗੀ ਦੀ ਬਾਜੀ ਨੂੰ ਜਿੱਤਣ ਦੇ ਲਈ ਬਹੁਤ ਸਰਲ ਤੇ ਸੌਖਾ ਮਾਰਗ ਦਿੱਤਾ ਹੈ। ਪਹਿਲੀ ਗੱਲ ਕਿਰਤ ਕਰੋ, ਦੂਜੀ ਗੱਲ ਨਾਮ ਜਪੋ, ਤੀਜੀ ਗੱਲ ਵੰਡ ਕੇ ਛਕੋ। ਇਹ ਤਿੰਨ ਗੱਲਾਂ ਦੇ ਅੰਦਰ ਸਮੁੱਚੀ ਮਨੁੱਖਤਾ ਦਾ ਸਿਧਾਂਤ ਅੰਕਿਤ ਹੈ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਕਿਰਤ ਕਰਾਂਗੇ ਅਸੀਂ ਵੀ ਤੰਦਰੁਸਤ, ਸਾਡਾ ਸਮਾਜ ਵੀ ਵਧੀਆ। ਸਾਡਾ ਸਮਾਜ ਤੇ ਧਰਮ ਦੇ ਨਾਂ ਤੇ ਵਿਹਲੜ ਪੈਦਾ ਕਰਕੇ ਭਿਖਾਰੀ ਬਣਾ ਦਿੱਤਾ ਗਿਆ। ਦੇਖਦੀਆਂ ਧਰਮ ਸਥਾਨਾਂ ਤੇ ਭਿਖਾਰੀਆਂ ਦੇ ਲਾਈਨਾਂ ਲੱਗੀਆਂ ਨੇ, ਕੋ ਅੰਦਰ ਲੱਗੀਆਂ ਨੇ, ਕੋ ਬਾਹਰ ਲੱਗੀਆਂ ਹੋਈਆਂ ਨੇ। ਸਤਿਗੁਰੂ ਜੀ ਨੇ ਕਿਰਤ ਦੀ ਗੱਲ ਕਹੀ, ਕਿਰਤ ਕਰੋ, ਫਿਰ ਪ੍ਰਮਾਤਮਾ ਦੇ ਪਿਆਰ 'ਚ ਜੁੜੇ ਰਹੋ ਹਰ ਵੇਲੇ। ਫਿਰ ਜੋ ਕੁਝ ਹੈ ਤੁਹਾਡੇ ਕੋਲ, ਭਾਵੇਂ ਉਹ ਗਿਆਨ ਹੈ ਤੇ ਭਾਵੇਂ ਦੁਨਿਆਵੀ ਤੌਰ ਤੇ ਹੈ, ਉਹਨੂੰ ਦੂਜਿਆਂ ਦੇ ਵਿੱਚ ਵੰਡ ਕੇ ਛਕੋ, ਸ਼ੇਅਰ ਕਰੋ। ਉਹਦੇ ਨਾਲ ਸਮਾਜ ਵਧੀਆ ਬਣੇਗਾ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਰਾਹੀਂ ਸਾਨੂੰ ਗੁਰੂ ਕੇ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਇਸ ਜ਼ਿੰਦਗੀ ਦੇ ਪਦਾਰਥ ਨੂੰ ਜਿੱਤਣ ਦੀ ਪ੍ਰੇਰਣਾ ਕੀਤੀ ਹੈ। ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਜ਼ਿੰਦਗੀ ਦੀ ਬਾਜੀ ਜਿੱਤ ਸਕੀਏ, ਕਿਤੇ ਹਾਰ ਕੇ ਨਾ ਜਾਈਏ। ਸਤਿਗੁਰੂ ਜੀ ਨੇ ਕਿਹਾ ਸੀ ਤੇਵਹਾ ਪਾਸਾ ਢਾਲੀਏ, ਜਿਤ ਸਾਹਿਬ ਨਾਲ ਨਾ ਹਾਰੀਏ। ਮੰਦਾ ਮੂਲ ਨਾ ਕੀਚੇ, ਜਿਤ ਸਾਹਿਬ ਨਾਲ ਨਾ ਹਾਰੀਏ। और जित सतगुरु जी ने कहा कि छलाहे ऊपर कालीए, को लाहे बंदे कर्म करिए। सतगुरु जी मेहर करन, गुरु के ये बचन साडे हिरदे च वसन। इन्नियां बेनतियां प्रवान करनियां, भुल्लां चुक्कां दी खिमा बख्श देनी। गरीब नवाज सतगुरु जी समूह संगतां नूं अपने दरों घरों नाम बाणी दा प्यार बख्श के करतारत करन जी। प्यार सहित सारे ही बुलाओ। वाहिगुरु जी का खालसा, वाहिगुरु जी की फतेह।